ਤੇ 100 ਕਰੋੜ ਟੀਕਾ ਜਿਸ ਦਿਨ ਲੱਗਾ ਸੀ ਉਸ ਦਿਨ ਵੀ ਇਹਦੀ ਗੱਲ ਹੋ ਸਕਦੀ ਸੀ। ਜਿਸ ਦਿਨ ਪਾਕਿਸਤਾਨ ਵਾਲੇ ਪਾਸਿਓਂ ਇਹਨੂੰ ਖੋਲ੍ਹਣ ਦੀ ਗੱਲ ਕੀਤੀ ਸੀ ਉਸ ਦਿਨ ਵੀ ਇਹਦੀ ਗੱਲ ਹੋ ਸਕਦੀ। ਪਾਰਟੀ ਸੱਤਾਧਾਰੀ ਧਿਰ ਜਿਹੜੀ ਬੀਜੇਪੀ ਆ, ਜਦੋਂ ਇਹ ਵਿਰੋਧੀ ਧਿਰ 'ਚ ਬੈਠੀ ਹੁੰਦੀ ਸੀ, CBI ਨੂੰ ਪਿੰਜਰੇ ਦਾ ਤੋਤਾ ਦੱਸਦੀ ਸੀ ਕਿ ਇਹ ਤਾਂ ਉਹੀ ਬੋਲਦੇ ਨੇ ਜੋ ਇਹਨਾਂ ਨੂੰ ਇਹਨਾਂ ਦੇ ਸਰਕਾਰ ਜਾਂ ਕੈਬਨਿਟ ਜਾਂ ਜਿਹੜੀ ਤਾਕਤਵਰੀ ਧਿਰ ਆ ਉਹ ਸਿਖਾਉਂਦੀ ਆ। ਜਿਹੜੇ ਕੰਮ ਲਈ ਇਹਨਾਂ ਸੰਸਥਾਵਾਂ ਦਾ ਗਠਨ ਕੀਤਾ ਗਿਆ, ਕੀ ਇਹ ਸੰਸਥਾਵਾਂ ਉਹ ਕੰਮ ਕਰਦੀਆਂ ਨੇ ਜਾਂ ਫਿਰ ਇਹ ਸੰਸਥਾਵਾਂ ਸਿਰਫ ਸੱਤਾਧਾਰੀ ਧਿਰ ਨੂੰ ਤਾਕਤ ਦੇਣ ਦਾ ਕੰਮ ਕਰਦੀਆਂ ਨੇ? ਟਰਾਂਸਪੋਰਟ ਮੰਤਰੀ ਦਾ ਕੰਮ ਇਹ ਨਹੀਂ ਹੈਗਾ ਕਿ ਉਹ ਰਾਤ ਨੂੰ ਦਿਨ ਨੂੰ ਜਾ ਕੇ ਕਿਤੇ ਬੱਸਾਂ ਚੈੱਕ ਕਰਦਾ ਫਿਰੇ, ਕਿਤੇ ਅੱਡਿਆਂ ਦੀ ਸਫਾਈ ਕਰਦਾ ਫਿਰੇ, ਜਾਂ ਉਹ ਆਪ ਹੀ ਸਾਰੇ ਹੀ ਡਿਪਾਰਟਮੈਂਟ ਦਾ ਇੱਕ ਸ਼ਕਲ ਬਣ ਕੇ ਪੇਸ਼ ਹੋਵੇ। ਚਾਹੀਦਾ ਤਾਂ ਇਹ ਸੀ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਕਿ ਉਹ ਆਪਣੇ ਸਾਰੇ ਡਿਸਟ੍ਰਿਕਟ ਅਥਾਰਟੀਜ਼ ਨੂੰ ਜਾਂ ਰੀਜਨਲ ਅਥਾਰਟੀਜ਼ ਨੂੰ ਬੁਲਾ ਲੈਣ, ਉਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨ ਤੇ ਉਹਨਾਂ ਤੋਂ ਰਿਪੋਰਟਿੰਗ ਲੈ ਲੈਣ, ਔਰ ਡੇਲੀ ਦੀ ਡੇਲੀ ਲੈ ਲੈਣ, ਚਾਹੇ ਵੀਕਲੀ ਲੈ ਲੈਣ। ਭਾਰਤ ਦੀ ਜਿਹੜੀ ਕੇਂਦਰੀ ਸੱਤਾ ਆ ਉਹ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਇੱਕ ਹੋਰ ਡਾਕਾ ਮਾਰਨਾ ਚਾਹੁੰਦੀ ਆ। ਉਹ ਇਹਨਾਂ ਸਿਕਿਉਰਿਟੀ ਫੋਰਸਿਸ ਨੂੰ ਵਰਤ ਕੇ ਰਾਜ ਦੇ ਅਧਿਕਾਰਾਂ ਦੇ ਵਿੱਚ ਇੱਕ ਹੋਰ ਦਖਲ ਜਿਹੜਾ ਆ ਉਹ ਦੇਣ ਜਾ ਰਹੀ ਆ। ਹੁਣ ਵੀ ਕਾਂਗਰਸ ਦੇ ਕੁਝ ਲੋਕ ਚਾਹੁੰਦੇ ਨੇ ਕਿ ਕੈਪਟਨ ਸਾਹਿਬ ਵਾਪਸੀ ਕਰ ਲੈਣ, ਪਰ ਉਹਨਾਂ ਨੇ ਅੱਜ ਫੇਰ ਕਿਹਾ ਕਿ ਮੇਰੀ ਕਾਂਗਰਸ ਵਿੱਚ ਵਾਪਸੀ ਜਿਹੜੀ ਆ ਉਹ ਨਹੀਂ ਹੋ ਸਕਦੀ। ਕਿਉਂ ਬੀਜੇਪੀ ਨੂੰ ਕਦੀ ਵਿਨੋਦ ਖੰਨਾ, ਕਦੀ ਹੇਮਾ ਮਾਲਿਨੀ, ਕਦੀ ਧਰਮਿੰਦਰ ਤੇ ਕਦੀ ਸੰਨੀ ਦਿਓਲ ਯਾਦ ਆਉਂਦੇ ਨੇ? ਇਹਦਾ ਮਤਲਬ, ਇਹਦਾ ਅਰਥ ਤੇ ਫਿਰ ਇਹੀ ਬਣਦਾ ਕਿ ਇਹ ਲੋਕ ਰਾਜਨੀਤੀ ਕਰਦੇ ਨੇ ਦੂਜਿਆਂ ਦੇ ਸਿਰ ਤੇ ਹੋ ਕੇ। ਕਦੇ ਉਹ ਸੋਨੀਆ ਮਾਨ ਹੋਵੇ, ਕਦੇ ਉਹ ਸੋਨੀਆ ਗਗਨ ਮਾਨ ਹੋਵੇ, ਕਦੇ ਉਹ ਕੋਈ ਕਮੇਡੀਅਨ ਹੋਵੇ, ਉਹਨਾਂ ਨੂੰ ਅਕਸਰ ਜਿਹੜੀਆਂ ਆ ਆਵਾਜ਼ਾਂ ਮਾਰੀਆਂ ਜਾਂਦੀਆਂ ਪਾਰਟੀਆਂ ਵੱਲੋਂ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਬੱਸ ਅੱਡੇ ਤੇ ਇੱਕ ਡਰਾਈਵਰ ਜਾਂ ਇੱਕ ਕੰਡਕਟਰ ਜਾਂ ਕੰਡਕਟਰ ਦਾ ਵੀ ਗਾਹਾਂ ਕਰਿੰਦਾ ਇੱਕ ਖਾਲੀ ਬੱਸ ਨੂੰ ਭਰਨ ਲਈ ਆਵਾਜ਼ਾਂ ਮਾਰਦਾ ਹੁੰਦਾ। ਕੀ ਕੋਈ ਅਜਿਹਾ ਬੰਦਾ ਜਿਹੜਾ ਇੱਕ ਆਮ ਸ਼ਕਲ ਆਮ ਲੋਕਾਂ ਦੇ ਵਿੱਚ ਰਹਿੰਦਾ ਹੋਵੇ, ਕਿ ਉਹਨੂੰ ਵੀ ਕਦੇ ਪਾਰਟੀਆਂ ਕਹਿਣਗੀਆਂ ਕਿ ਸਾਡੇ ਕੋਲ ਆਓ, ਸਾਡੇ ਕੋਲ ਆਓ? ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਤੇ ਚਰਚਾ ਕਰਨ ਲਈ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਪਸੰਦੀਦਾ ਪ੍ਰੋਗਰਾਮ ਵਿਚਾਰ ਚਰਚਾ। ਪੰਜਾਬ ਭਾਜਪਾ ਦੇ ਆਗੂਆਂ ਦਾ ਇੱਕ ਵਫਦ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਮਿਲਿਆ ਏ। ਕਿਉਂ ਮਿਲਿਆ ਏ, ਇਸ ਬਾਰੇ ਵਿਸਥਾਰ ਨਾਲ ਚਰਚਾ ਕਰਾਂਗੇ। ਨਾਲ ਦੀ ਨਾਲ ਕੇਂਦਰ ਵੱਲੋਂ 2 ਆਰਡੀਨੈਂਸ ਜਾਰੀ ਕਰ ਦਿੱਤੇ ਗਏ ਨੇ, ਰਾਸ਼ਟਰਪਤੀ ਨੇ ਉਸ ਤੇ ਮੋਹਰ ਵੀ ਲਗਾ ਦਿੱਤੀ ਹੈ। ਇਸ ਬਾਰੇ ਵੀ ਵਿਸਥਾਰ ਨਾਲ ਚਰਚਾ ਕਰਾਂਗੇ। ਅਮਰਿੰਦਰ ਸਿੰਘ ਰਾਜਾ ਵੜਿੰਗ ਚਰਚਾ ਵਿੱਚ ਨੇ। ਆਪਣੇ ਨੋ ਚਲਾਨ ਡੇ ਨੂੰ ਲੈ ਕੇ ਤੇ ਸੋਨੂ ਸੂਦ ਵੀ ਫਿਰ ਸੁਰਖੀਆਂ ਵਿੱਚ ਆਏ ਹੋਏ ਨੇ। ਇਹਨਾਂ ਤੇ ਕੁਝ ਹੋਰ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ। ਤੋ ਸ਼ਰਮਾ ਜੀ, ਜੇ ਅਸੀਂ ਸ਼ੁਰੂਆਤ ਕਰ ਲਈਏ, ਸਭ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਆਗੂਆਂ ਦਾ ਇੱਕ ਵਫਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਿਆ ਹੈ ਤੇ ਕਰਤਾਰਪੁਰ ਕੋਰੀਡੋਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਸ ਨੂੰ ਖੁਲਵਾਉਣ ਦੇ ਲਈ ਭਾਜਪਾ ਦੇ ਆਗੂ ਨੇ ਜਿਹੜੇ ਉਹ ਤਰਲੋ ਮੱਛੀ ਹੋ ਰਹੇ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ। ਕੀ ਕਹਿਣਾ ਚਾਹੋਗੇ? ਬਿਲਕੁਲ, ਤੁਹਾਡੀ ਜਿਹੜੀ ਗੱਲ ਆ ਉਹ ਠੀਕ ਆ। ਤੁਹਾਨੂੰ ਯਾਦ ਹੋਣਾ, ਜੇ ਤੁਸੀਂ ਪੇਂਡੂ ਪਿਛੋਕੜ ਨਾਲ ਸੰਬੰਧ ਰੱਖਦੇ ਹੋਵੋ, ਜਦੋਂ ਛੋਟੇ ਹੁੰਦੇ ਸੀ ਨਾ ਜੀ ਤੇ ਇੱਕ ਟੋਲੀਆਂ ਬਣਾ ਕੇ ਅਗਲੇ ਮਹੀਨੇ ਤੋਂ ਬਾਅਦ ਲੋਹੜੀ ਮੰਗਣ ਜਾਂਦੇ ਸੀ ਜੀ। ਤੇ ਅਸੀਂ ਜਿਨ੍ਹਾਂ ਘਰਾਂ ਦੇ ਵਿੱਚ ਵੀ ਲੋਹੜੀ ਮੰਗਣ ਜਾਂਦੇ ਸੀ, ਉੱਥੋਂ ਕੁਝ ਨਾ ਕੁਝ ਸਾਨੂੰ ਖਾਣ ਨੂੰ ਜਾਂ ਫਿਰ ਪੈਸੇ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਸੀ। ਬਿਲਕੁਲ। ਤੇ ਜਦੋਂ ਕਿਸੇ ਆਪਣੇ ਘਰ ਜਾਂਦੇ ਸੀ ਤਾਂ ਉੱਥੋਂ ਕੁਝ ਵੱਧ ਮਿਲਦਾ ਸੀ, ਕਿਉਂਕਿ ਉਹ ਨਿਆਣਿਆਂ ਲਈ ਇੱਕ ਤਿਉਹਾਰ ਦੀ ਗੱਲ ਹੁੰਦੀ ਆ। ਉਹਦੇ ਚੋਂ ਹੁਣ ਅਸੀਂ ਉਹਨੂੰ ਹੋਰ ਤਰੀਕੇ ਨਾਲ ਦੇਖਦੇ ਹਾਂ, ਉਦੋਂ ਅਸੀਂ ਉਹਨੂੰ ਹੋਰ ਤਰੀਕੇ ਨਾਲ ਦੇਖਦੇ। ਬਿਲਕੁਲ। ਜੇਕਰ ਭਾਜਪਾ ਦੇ ਵਫਦ ਦੀ ਗੱਲ ਕਰੀਏ ਤੇ ਬਿਲਕੁਲ ਠੀਕ ਆ, ਇਹ ਦਿੱਲੀ ਗਿਆ ਹੋਇਆ। 10-11 ਲੋਕ ਨੇ ਇਹਦੇ 'ਚ। ਦੁਸ਼ਯੰਤ ਗੌਤਮ ਜੀ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਨੇ ਨਾਲ, ਉਹ ਤਾਂ ਉੱਥੇ ਹੀ ਨੇ। ਤਰੁਣ ਚੁੱਗ, ਅਸ਼ਵਨੀ ਸ਼ਰਮਾ, ਰਜਿੰਦਰ ਮੋਹਨ ਛੀਨਾ, ਗਰੇਵਾਲ ਸਾਹਿਬ, ਜਿਨ੍ਹਾਂ ਨੇ ਬੀਜੇਪੀ ਦੇ ਵਿੱਚ ਬੜਾ ਨਾਮਣਾ ਖੱਟਿਆ ਪੰਜਾਬ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ, ਤੇ ਨਾਲ ਕੁਝ ਹੋਰ ਵੀ ਆਗੂ ਇਹਨਾਂ ਦੇ ਨਾਲ ਗਏ ਹੋਏ ਨੇ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਨੇ। ਬਹੁਤੇ ਕਰਕੇ ਆਮ ਤੌਰ ਤੇ ਸਿੱਖ ਚਿਹਰੇ ਨੇ। ਤੇ ਖਬਰਾਂ ਤੇ ਇਹੀ ਆ ਰਹੀਆਂ ਕਿ ਇਹ ਉਸ ਲਾਂਘੇ ਨੂੰ ਖੁਲਾਉਣ ਲਈ ਗਏ ਹੋਏ ਨੇ। ਪਰ ਜੇਕਰ ਇਹ ਸਿਰਫ ਉਸ ਲਾਂਘੇ ਨੂੰ ਖੁਲਾਉਣ ਲਈ ਗਏ ਨੇ, ਖੁਲਵਾਉਣ ਲਈ, ਜਿਹੜਾ 2 ਸਾਲ ਪਹਿਲਾਂ ਖੋਲ੍ਹਿਆ ਗਿਆ ਸੀ ਬੜੀ ਜੱਦੋ ਜਹਿਦ ਤੋਂ ਬਾਅਦ, ਬੜੀ ਮਿਹਨਤ ਤੋਂ ਬਾਅਦ,
ਮੈਂ ਇਸ ਗੱਲ ਨੂੰ ਜੇ ਥੋੜ੍ਹੀ ਦੇਰ ਵਿਰਾਮ ਕਰਕੇ ਇੱਕ ਦੂਜੀ ਗੱਲ ਕਰਾਂ, ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ 7 ਸਾਲ ਦਾ ਕਾਰਜਕਾਲ ਜਿਹੋ ਜਿਹਾ ਵੀ ਰਿਹਾ ਹੋਵੇ, ਜੀ, ਜੇਕਰ ਇਹਦੇ ਵਿੱਚੋਂ ਕਿਸਾਨ ਅੰਦੋਲਨ ਨੂੰ ਕੱਢ ਦਈਏ ਤੇ ਪੰਜਾਬੀਆਂ ਦੇ ਵਿਰੁੱਧ ਜਾਂ ਪੰਜਾਬ ਦੇ ਵਿਰੁੱਧ ਜਾਂ ਸਿੱਖਾਂ ਦੇ ਵਿਰੁੱਧ ਉਹਨਾਂ ਨੇ ਕੁਝ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਦੇ ਤੋਂ ਬੀਜੇਪੀ ਨੂੰ ਪੰਜਾਬ 'ਚ ਕੋਈ ਨੁਕਸਾਨ ਹੁੰਦਾ, ਜਾਂ ਫਿਰ ਸਿੱਖ ਲੋਕ ਜਾਂ ਪੰਜਾਬ ਦੇ ਲੋਕ ਜਾਂ ਪੰਜਾਬੀ ਨਾਲ ਪੰਜਾਬੀਅਤ ਨਾਲ ਜੁੜੇ ਹੋਏ ਲੋਕ ਬੀਜੇਪੀ ਤੋਂ ਕਿਸੇ ਗੱਲੋਂ ਖਫਾ ਹੁੰਦੇ ਜਾਂ ਖਤਾ ਕਰਦੇ। ਸਿਰਫ ਔਰ ਸਿਰਫ ਕਿਸਾਨ ਅੰਦੋਲਨ ਇੱਕ ਇਹੋ ਜਿਹਾ ਸਮਾਂ, ਇਹੋ ਜਿਹੀ ਕਹਾਣੀ, ਇਹੋ ਜਿਹੀ ਘਟਨਾ, ਇਹੋ ਜਿਹੀ ਲੜੀ ਬਣ ਕੇ ਸਾਹਮਣੇ ਆਇਆ ਜਿਹਦੇ ਨਾਲ ਇਹ ਸਾਰੇ ਪੰਜਾਬ ਦੇ ਅਗੇਂਸਟ ਲੱਗਣ ਲੱਗ ਗਈ, ਇਹ ਦੁਸ਼ਮਣ ਪਾਰਟੀ ਲੱਗਣ ਲੱਗ ਗਈ। ਹਾਲਾਂਕਿ ਬੀਤੀਆਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਹੋਈਆਂ ਹੋਣਗੀਆਂ ਜਿਹੜੀਆਂ ਵਿਰੋਧੀ ਰਹੀਆਂ ਹੋਣ, ਪਰ ਇਹਨਾਂ ਦੇ ਹੱਕ ਦੇ ਵਿੱਚ ਬਹੁਤ ਵੱਡੀ ਗੱਲ ਜਾਂਦੀ ਸੀ। ਇੱਕ ਤਾਂ ਵਰਿਆਂ ਤੋਂ ਬਣੀ ਹੋਈ 84 ਜਾਂ 80ਵਿਆਂ ਤੋਂ ਬਣੀ ਹੋਈ ਜਿਹੜੀ ਕਾਲੀ ਸੂਚੀ ਰੱਦ ਕਰਨੀ, ਤੇ ਇਸ ਲਾਂਘੇ ਨੂੰ ਖੋਲ੍ਹਣ ਲਈ ਵੀ ਮੋਦੀ ਸਾਹਿਬ ਦਾ ਬਹੁਤ-ਬਹੁਤ ਨਾਮ ਜਿਹੜਾ ਬਣਿਆ ਸੀ ਤੇ ਸ਼ੁਕਰਗੁਜ਼ਾਰ ਵੀ ਸੀ ਸਾਰੇ ਪੰਜਾਬੀ, ਕਿਉਂਕਿ ਅਸੀਂ ਇਸ ਬਾਰਡਰ ਸਟੇਟ 'ਚ ਰਹਿੰਦੇ ਹਾਂ ਤੇ 47 ਤੋਂ ਪਹਿਲਾਂ ਜਿਹੜੀ ਸਾਡੀ ਸਾਂਝ ਆ ਉਹ ਵੱਖਰੇ ਤਰ੍ਹਾਂ ਦੀ ਸੀ। ਜੇ ਮੈਂ ਇੱਕ ਨਿੱਜੀ ਜੀ ਗੱਲ ਦੱਸਾਂ ਤੇ ਮੈਂ ਕਦੇ ਪਾਕਿਸਤਾਨ ਨਹੀਂ ਗਿਆ, ਨਾ ਮੇਰੀ ਫੈਮਿਲੀ ਉੱਧਰੋਂ ਇੱਧਰ ਆਉਣ ਵਾਲਿਆਂ 'ਚ, ਨਾ ਹੀ ਕਦੀ ਇੱਧਰੋਂ ਪਹਿਲਾਂ ਉੱਧਰ ਗਏ ਹੋਏ ਸੀ ਕੋਈ। ਪਰ ਜਦੋਂ ਅਸੀਂ ਵੰਡ ਦੀਆਂ ਕਹਾਣੀਆਂ ਪੜ੍ਹਦੇ ਹਾਂ, ਅਖਬਾਰਾਂ ਦੇ ਵਿੱਚ ਛਪਦੀਆਂ ਨੇ, ਸਾਡੇ ਨੇੜੇ ਇੱਕ ਪ੍ਰੋਫੈਸਰ ਸਾਮਲ ਧਾਮੀ ਨੇ, ਉਹਨਾਂ ਨੇ ਵੰਡ ਦੇ ਉੱਤੇ ਜੀਵਤ ਬਜ਼ੁਰਗਾਂ ਦੇ ਉੱਤੇ ਬਹੁਤ ਸਾਰੀਆਂ ਡਾਕੂਮੈਂਟਰੀਜ਼ ਬਣਾਈਆਂ। ਮੈਂ ਬੀਤੇ ਦਿਨ ਵੀ ਟ੍ਰਿਬਿਊਨ ਅਖਬਾਰ 'ਚ ਉਹਨਾਂ ਦੀ ਇੱਕ ਕਹਾਣੀ ਪੜ੍ਹਦਾ ਸੀ ਤੇ ਮੱਲੋ ਮੱਲੀ ਜਿਹੜਾ ਤੁਹਾਡੀਆਂ ਅੱਖਾਂ ਆ ਉਹ ਨਮ ਹੋ ਜਾਂਦੀਆਂ, ਰੋਂਗਟੇ ਜਿਹੜੇ ਖੜੇ ਹੋ ਜਾਂਦੇ ਕਿ ਕਿਵੇਂ ਲੋਕਾਂ ਨੇ ਸਾਰਾ ਕੁਝ ਛੱਡਿਆ ਹੋਵੇਗਾ। ਸੋ ਇਸ ਲਾਂਘੇ ਦੇ ਖੁੱਲ੍ਹਣ ਨਾਲ ਬਹੁਤ ਉਮੀਦ ਬਣੀ ਸੀ ਪੰਜਾਬ ਦੇ ਲੋਕਾਂ ਨੂੰ ਕਿ ਉਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਧਰਤੀ ਆ ਉਹਨੂੰ ਦੇਖ ਸਕਣਗੇ, ਜਿੱਥੇ ਉਹਨਾਂ ਨੇ ਆਪਣਾ ਅਖੀਰਲਾ ਸਮਾਂ ਬਿਤਾਇਆ ਤੇ ਕਿਰਤ ਕਰਨ ਦਾ ਉਪਦੇਸ਼ ਜਿਹੜਾ ਉਹ ਦਿੱਤਾ। ਉਹ ਖੁੱਲ੍ਹ ਗਿਆ, ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ। ਫਿਰ ਕਰੋਨਾ ਦੇ ਦੌਰਾਨ ਐਸਾ ਸਮਾਂ ਆਇਆ ਕਿ ਉਹ 2 ਸਾਲ ਤੋਂ ਹੋ ਗਿਆ ਲਗਭਗ ਬੰਦ ਹੋਏ ਨੂੰ ਵੀ, ਐਗਜ਼ੈਕਟ ਸਮੇਂ ਨੂੰ ਆਪਾਂ ਜੇ ਛੱਡ ਦਈਏ। ਹੁਣ ਇਹ ਜਿਹੜਾ ਵਫਦ ਉੱਥੇ ਗਿਆ, ਉਹਨਾਂ ਦੀ ਗੱਲ ਤੇ ਇੱਥੇ ਆ ਰਹੀ ਆ ਕਿ ਉਹ ਉਸ ਲਾਂਘੇ ਨੂੰ ਖੁਲਵਾਉਣ ਲਈ ਗਏ ਨੇ, ਪਰ ਨਾਲ ਦੀ ਨਾਲ ਜ਼ਿਆਦਾ ਗੱਲ ਮੈਨੂੰ ਇਹ ਲੱਗਦਾ ਕਿ ਉਹ ਇਸ ਗੱਲ ਨੂੰ ਲੈ ਕੇ ਵਧੇਰੇ ਗਏ ਨੇ ਕਿ ਮੋਦੀ ਸਾਹਿਬ ਕੋਈ ਮਸਲਾ ਹੱਲ ਕਰੋ, ਮੋਦੀ ਸਾਹਿਬ ਗੱਲ ਨੂੰ ਕਿਤੇ ਨੇੜੇ ਲਾਓ ਤਾਂ ਜੋ ਇਹ ਲਾਂਘਾ ਤੇ ਤੁਸੀਂ ਖੋਲ੍ਹ ਦੇਣਾ, ਕਿਉਂਕਿ ਉਹ ਤੇ ਜਸਟ ਇੱਕ ਸਿਗਨੇਚਰ ਨੇ, ਜਸਟ ਇੱਕ ਲਾਈਨ ਦਾ ਬਿਆਨ ਹੈ। ਹੁਣੀ ਉਹ ਕਹਿ ਦੇਣ ਤੇ ਹੁਣੀ ਉਹ ਖੁੱਲ੍ਹ ਜਾਣਾ, ਕਿਉਂਕਿ ਉੱਥੇ ਜਿਹੜੇ ਆਫਿਸਰ ਔਨ ਡਿਊਟੀ ਨੇ ਉਹ ਤਾਂ ਉੱਥੇ ਹੁੰਦੇ ਹੀ ਨੇ ਤੇ ਪਾਕਿਸਤਾਨ ਵਾਲੇ ਪਾਸਿਓਂ ਉਹਨੂੰ ਬੀਤੇ ਕਾਫੀ ਸਮੇਂ ਤੋਂ ਖੋਲ੍ਹ ਦਿੱਤਾ ਗਿਆ ਹੈ। ਅਸਲ ਮਕਸਦ ਉਸ ਵਫਦ ਦਾ ਉੱਥੇ ਜਾਣ ਦਾ ਜਿਹੜੀ ਆਇਆ ਉਹ ਲਾਂਘਾ ਖਲਵਾਉਣਾ ਵੀ ਹੈ, ਨਾਲ ਦੀ ਨਾਲ ਉਹਨਾਂ ਨੇ 84 ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਜਾਂ 84 ਵਾਲੇ ਮਸਲੇ ਨੂੰ ਹੱਲ ਕਰਨ ਦੀ ਗੱਲ ਵੀ ਕੀਤੀ ਆ। ਪਰ ਅਸਲ ਗੱਲ ਜਿਹੜੀ ਆ ਉਹ ਆਉਣ ਵਾਲੇ 2 ਮਹੀਨਿਆਂ ਦੇ ਬਾਅਦ ਜਿਹੜੀਆਂ ਚੋਣਾਂ ਹੋਣੀਆਂ ਨੇ ਫਰਵਰੀ ਦੇ ਵਿੱਚ ਜਾਂ ਜਨਵਰੀ ਦੇ ਵਿੱਚ, ਜਾਂ ਜਦੋਂ ਵੀ ਚੋਣ ਕਮਿਸ਼ਨ ਉਹਦਾ ਫੈਸਲਾ ਕਰਦਾ, ਕਿਉਂਕਿ ਰੋਜ਼ ਹੀ ਹੁਣ ਨਵੀਆਂ ਖਬਰਾਂ ਕਹਿ ਲਓ, ਉਹਨਾਂ ਨੂੰ ਅਫਵਾਹਾਂ ਕਹਿ ਲਓ ਜਾਂ ਕਨਸੋਆਂ ਕਹਿ ਲਓ, ਜਾਂ ਜਿਹਨੂੰ ਤੁਸੀਂ ਸੂਤਰਾਂ ਤੋਂ ਮਿਲੀਆਂ ਗੱਲਾਂ ਕਹਿ ਲਓ, ਇਹ ਰੋਜ਼ ਹੀ ਹੁਣ ਨਵੇਂ ਸਾਹਮਣੇ ਆਉਣੀਆਂ। ਬਿਲਕੁਲ ਦਿਨ ਨੇੜੇ ਆ ਰਹੇ ਨੇ, ਤੋ ਕਦੇ ਹਫਤੇ ਦੀ ਗੱਲ ਹੋਣ ਲੱਗ ਜਾਣੀ ਆ ਕਿ ਦਸੰਬਰ ਦੇ ਪਹਿਲੇ ਹਫਤੇ ਚੋਣ ਜਾਬਤਾ ਲੱਗ ਜਾਣਾ ਜੀ, ਕਦੀ ਦੂਸਰੇ ਲੱਗ ਜਾਣਾ ਜੀ, ਕਦੀ ਜਨਵਰੀ 'ਚ ਲੱਗਣਾ ਜੀ, ਕਦੀ ਕਹਿਣਗੇ ਲੇਟ ਹੋ ਜਾਣੀਆਂ ਜੀ, ਕਦੀ ਕਹਿਣਗੇ ਆਹ ਹੋ ਜਾਣਾ ਜੀ, ਕਦੀ ਕਹਿਣਗੇ ਆਹ ਹੋ ਜਾਣਾ ਜੀ, ਕਦੀ ਕਹਿਣਗੇ ਯੂਪੀ ਤੋਂ ਪਹਿਲਾਂ ਕਰਵਾਉਣਗੇ, ਕਦੀ ਕਹਿਣਗੇ ਸਮੀਕਰਨ ਵਾਚਣਗੇ, ਜੋ ਵੀ ਹੋਵੇ। ਸੋ ਇਸ ਵਫਦ ਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਦਾ ਜਿਹੜਾ ਅਸਲ ਮਕਸਦ ਆ ਉਹ ਇਹੀ ਆ। ਲਾਂਘਾ ਜਿਹੜਾ ਆ ਉਹਦੀ ਉਮੀਦ ਆ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਜਲਦੀ ਹੀ ਖੁੱਲ੍ਹ ਜਾਵੇ, ਭਾਵੇਂ ਅੱਜ ਹੀ ਖੋਲ੍ਹ ਦੇਣ, ਨਹੀਂ ਤੇ 19 ਤਰੀਕ ਨੂੰ ਗੁਰੂ ਸਾਹਿਬ ਦਾ ਗੁਰਪੁਰਬ ਆ, ਉਸ ਦਿਨ ਇਹਨੂੰ ਖੁੱਲ੍ਹੇ ਜਾਣ ਦਾ ਐਲਾਨ ਜਿਹੜਾ ਕੀਤਾ ਜਾ ਸਕਦਾ। ਪਰ ਗੱਲ ਫਿਰ ਉੱਥੇ ਆ ਕੇ ਖੜੀ ਆ ਹਰਪ੍ਰੀਤ ਜੀ ਕਿ ਜੇ ਇਹ ਇਸ ਗੱਲ ਲਈ ਇੰਨੇ ਸੁਹਿਰਦ ਸੀ ਤੇ 100 ਕਰੋੜ ਟੀਕਾ ਜਿਸ ਦਿਨ ਲੱਗਾ ਸੀ ਉਸ ਦਿਨ ਵੀ ਇਹਦੀ ਗੱਲ ਹੋ ਸਕਦੀ ਸੀ, ਜਿਸ ਦਿਨ ਪਾਕਿਸਤਾਨ ਵਾਲੇ ਪਾਸਿਓਂ ਇਹਨੂੰ ਖੋਲ੍ਹਣ ਦੀ ਗੱਲ ਕੀਤੀ ਸੀ ਉਸ ਦਿਨ ਵੀ ਇਹਦੀ ਗੱਲ ਹੋ ਸਕਦੀ ਸੀ। ਜੇਕਰ ਕੁਝ ਦਿਨ ਪਹਿਲਾਂ ਇਹਦੇ ਲਈ ਪ੍ਰਬੰਧ ਕਰ ਲਏ ਜਾਂਦੇ ਤੇ ਹੋ ਸਕਦਾ ਸੀਗਾ ਕਿ ਗੁਰੂ ਸਾਹਿਬ ਦੇ ਗੁਰਪੁਰਬ ਤੇ ਬਹੁਤ ਸਾਰੀ ਸੰਗਤ ਜਿਹੜੀ ਆ ਉਸ ਜਾਣ ਨੂੰ ਜਾ ਸਕਦੀ ਜਾਂ ਉਸ ਪਾਸੇ ਨੂੰ ਤੁਰਦੇ ਲੋਕ। ਨਾਲ ਦੀ ਨਾਲ ਉਹਨਾਂ ਨੇ ਰਾਸ਼ਟਰਪਤੀ ਸਾਹਿਬ ਨਾਲ ਮੁਲਾਕਾਤ ਕੀਤੀ ਆ, ਮਹਾਮਹਿਮ ਦੇ ਨਾਲ, ਤੇ ਜਿਹੜੀ ਮੁਲਾਕਾਤ ਆ ਉਹਦੀ ਕੰਸੋ ਇਹ ਵੀ ਆ ਕਿ JP ਨੱਡਾ ਨਾਲ ਵੀ ਹੋਣੀ ਆ ਤੇ ਅਮਿਤ ਸ਼ਾਹ ਨਾਲ ਵੀ ਹੋਣੀ ਆ। ਪੰਜਾਬ ਨਾਲ ਜੁੜੇ ਹੋਏ ਮਸਲੇ ਤੇ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਹੋਈਆਂ ਜਿਹੜੀਆਂ ਗੱਲਾਂ ਨੇ ਸਾਰੀਆਂ ਉਹ ਵਿਚਾਰੀਆਂ ਜਾਣਗੀਆਂ। ਕੈਪਟਨ ਸਾਹਿਬ ਨਾਲ ਜੇ ਕੋਈ ਭਾਈਵਾਲੀ ਬਣਨੀ ਆ ਉਹ ਕਿੱਦਾਂ ਬਣਨੀ ਆ, ਕਿਸ ਪਾਸਿਓਂ ਬਣਨੀ ਆ, ਕਿਸ ਪਾਸਿਓਂ ਨਹੀਂ ਬਣਨੀ, ਉਹ ਸਾਰੇ ਜਿਹੜੇ ਨੇ
ਮਸਲੇ ਵੀ ਉਸ ਸਾਰੇ ਘਟਨਾਕ੍ਰਮ ਦੇ ਵਿੱਚ ਦੇਖੇ ਜਾਣਗੇ। ਮੁਲਾਕਾਤ ਤੋਂ ਬਾਅਦ ਵਾਪਸ ਆ ਕੇ ਫਿਰ ਇਹ ਲੋਕ ਪ੍ਰੈਸ ਕਾਨਫਰੰਸ ਕਰਦੇ ਆ, ਕੀ ਦੱਸਦੇ ਆ ਕੀ ਨਹੀਂ ਦੱਸਦੇ, ਉਹ ਸਾਰੀਆਂ ਗੱਲਾਂ ਹਾਲੇ ਉਹਦੀ ਉਡੀਕ ਕੀਤੀ ਜਾਵੇਗੀ। ਪਰ ਇਸ ਵਫਦ ਦਾ ਜਾਣਾ ਇਹ ਤੈਅ ਕਰਦਾ, ਕਿਉਂਕਿ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਗੱਲ ਦੀ ਫਿਰ ਇੱਕ ਵਾਰ ਅਪੀਲ ਕੀਤੀ। ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਬਹੁਤ ਲੰਬਾ ਸਮਾਂ 9 ਮਾਸ ਦੇ ਰਿਸ਼ਤੇ ਦੇ ਵਿੱਚ ਮਿਨਿਸਟਰ ਰਹੀ, ਉਹਨਾਂ ਨੇ ਵੀ ਇਸ ਗੱਲ ਦੀ ਚਿੱਠੀ ਲਿਖੀ। ਚਰਨਜੀਤ ਸਿੰਘ ਚੰਨੀ ਨੇ ਵੀ ਇਸ ਗੱਲ ਦੀ ਚਿੱਠੀ ਲਿਖੀ ਤੇ ਹੋਰ ਬਹੁਤ ਸਾਰੇ ਲੋਕਾਂ ਵੱਲੋਂ ਵੀ, ਕਿਉਂਕਿ ਗੁਰਪੁਰਬ ਨੇੜੇ ਸੀ, ਉਹ ਜਿਹੜੀ ਘਟਨਾਵਾਂ ਆ ਜੁੜਦੀਆਂ ਤੇ ਇਸ ਗੱਲ ਦੀ ਆਸ ਕੀਤੀ ਸੀ ਕਿ ਲਾਂਘਾ ਜਿਹੜਾ ਆ ਹੁਣ ਖੁੱਲ੍ਹ ਜਾਣਾ ਚਾਹੀਦਾ, ਕਿਉਂਕਿ ਉਹਨੂੰ ਬੰਦ ਹੋਣ ਦੀ ਜਿਹੜੀ ਘਟਨਾਕ੍ਰਮ ਸੀ ਉਹ ਸਿਰਫ ਔਰ ਸਿਰਫ ਕਰੋਨਾ ਦਾ ਦੌਰ ਸੀ। ਤੇ ਫਿਰ ਇਹਨਾਂ ਲੋਕਾਂ ਦਾ ਉੱਥੇ ਜਾ ਕੇ, ਉਹ ਮੇਰੀ ਬਚਪਨ ਵਾਲੀ ਕਹਾਣੀ ਸੀ ਕਿ ਲੋਹੜੀ ਮੰਗਾਂਗੇ ਤੇ ਆਪਣਿਆਂ ਨੂੰ ਦੇਵਾਂਗੇ ਤੇ ਨਾਮ ਬਣੇਗਾ ਕਿ ਸਾਡਾ ਵਫਦ ਆਇਆ ਸੀ ਤੇ ਅਸੀਂ ਉਹਨਾਂ ਨੂੰ ਉਹ ਜਿਹੜੀ ਲੋਹੜੀ ਆ ਉਹ ਵੱਧ ਦਿੱਤੀ ਆ। ਕਿਹਾ ਤਾਂ ਸਾਨੂੰ ਹੋਰ ਵੀ ਬਹੁਤਿਆਂ ਨੇ ਸੀ, ਪਰ ਜਦੋਂ ਬੀਜੇਪੀ ਪੰਜਾਬ ਨੇ ਕਿਹਾ ਫਿਰ ਅਸੀਂ ਉਹਦਾ ਜਿਹੜਾ ਮਸਲਾ ਆ ਉਹ ਤੁਰੰਤ ਹੱਲ ਕਰ ਦਿੱਤਾ। ਜੀ 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 ਸ਼ਰਮਾ ਜੀ, ਇਹ ਤਾਂ ਸੀ ਪੰਜਾਬ ਭਾਜਪਾ ਦੇ ਆਗੂਆਂ ਦਾ ਵਫਦ ਜਿਹੜਾ ਦਿੱਲੀ ਗਿਆ ਵੈ। ਤੇ ਜੇ ਨਾਲ ਦੀ ਨਾਲ ਅਸੀਂ ਗੱਲ ਕਰ ਲਈਏ ਕਿ ਬੀਤੇ ਕੱਲ ਐਤਵਾਰ ਨੂੰ ਕੇਂਦਰ ਵੱਲੋਂ, ਐਤਵਾਰ ਵਾਲੇ ਦਿਨ ਮੇਨ ਗੱਲ ਇਹ ਹੈ ਕਿ ਕੇਂਦਰ ਵੱਲੋਂ 2 ਆਰਡੀਨੈਂਸ ਜਾਰੀ ਕੀਤੇ ਗਏ ਤੇ ਰਾਸ਼ਟਰਪਤੀ ਦੀ ਉਸ ਤੇ ਮੋਹਰ ਵੀ ਲੱਗ ਗਈ ਤੇ ਉਹ ਕਾਨੂੰਨ ਵੀ ਬਣ ਗਏ। ਸੀਬੀਆਈ ਤੇ ਈਡੀ ਦੇ ਜਿਹੜੇ ਡਾਇਰੈਕਟਰ ਹੈ ਉਹਨਾਂ ਦਾ ਕਾਰਜਕਾਲ 5 ਸਾਲ ਕਰ ਦਿੱਤਾ ਗਿਆ ਹੈ। ਕੀ ਕਹਿਣਾ ਚਾਹੋਗੇ? ਹਰਪ੍ਰੀਤ ਜੀ, ਤੁਸੀਂ ਜਿਹੜੇ ਐਤਵਾਰ ਦੀ ਗੱਲ ਕੀਤੀ ਆ, ਫਿਰ ਮੈਨੂੰ ਅੱਜ ਇੱਕ ਗੱਲ ਯਾਦ ਆਈ। ਇੱਕ ਅਖਬਾਰ ਦੇ ਵਿੱਚ ਇੱਕ ਵਾਰੀ ਮਸ਼ਹੂਰੀ ਆਉਂਦੀ ਹੁੰਦੀ ਸੀ, ਸਿਟੀ ਨੈਵਰ ਸਲੀਪਸ, ਕਿ ਸ਼ਹਿਰ ਜਿਹੜੇ ਆ ਉਹ ਕਦੇ ਸੌਂਦੇ ਨਹੀਂ। ਹਾਲਾਂਕਿ ਉਸ ਮਸ਼ਹੂਰੀ ਦਾ ਜਿਹੜਾ ਸਿਟੀ ਸੀ ਉਹ ਕੁਝ ਹੋਰ ਸੀ, ਪਰ ਗੱਲ ਇੱਥੇ ਵੀ ਇਹੀ ਆ ਕਿ ਜਿਹੜੀਆਂ ਸਰਕਾਰਾਂ ਨੇ ਉਹ ਕਿੱਥੇ ਸੌਂਦੀਆਂ ਨੇ। ਇਹ ਐਤਵਾਰ, ਸੋਮਵਾਰ ਤੇ ਤੁਹਾਡੇ ਸਾਡੇ ਲਈ ਨੇ। ਜਿਨ੍ਹਾਂ ਨੇ ਕੰਮ ਕਰਨਾ ਆ ਉਹਨਾਂ ਨੂੰ ਰੋਜ਼ ਹੀ ਕੰਮ ਕਰਨਾ ਪੈਂਦਾ। ਉਹ ਵੱਖਰੀ ਗੱਲ ਆ ਕਿ ਉਹਨਾਂ ਦਾ ਕੀਤਾ ਹੋਇਆ ਕੰਮ ਲੋਕਾਂ ਦੇ ਹਿੱਤ ਲਈ ਹੁੰਦਾ ਜਾਂ ਉਹਨਾਂ ਦੇ ਆਪਣੇ ਹਿੱਤ ਲਈ ਹੁੰਦਾ। ਤੇ ਇਹ ਸਰਕਾਰਾਂ ਜਿਹੜੀਆਂ ਨੇ ਇਹ ਬਹੁਤੇ ਕੰਮ ਜਿਹੜੇ ਨੇ ਸੱਤਾ ਨੂੰ ਸੰਭਾਲ ਕੇ ਰੱਖਣ ਲਈ, ਸੱਤਾ ਨੂੰ ਹੋਰ ਤਾਕਤਵਰ ਕਰਨ ਲਈ ਹੀ ਕਰਦੇ ਨੇ। ਤੁਸੀਂ ਜਿਹਨਾਂ ਅਦਾਰਿਆਂ ਦੇ ਨਾਮ ਲਏ, ਇਨਫੋਰਸਮੈਂਟ ਡਾਇਰੈਕਟੋਰੇਟ ਤੇ ਸੀਬੀਆਈ, ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ, ਜੇ ਇਹਨਾਂ ਦੇ ਪੰਜਾਬੀ ਦੇ ਨਾਮ ਲਈਏ ਤੇ ਉਹ ਕੁਝ ਹੋਰ ਤਰ੍ਹਾਂ ਦੇ ਬਣ ਜਾਂਦੇ ਨੇ। ਪ੍ਰਵਰਤਨ ਨਿਰਦੇਸ਼ਾਲਿਆ ਤੇ ਜਾਂਚ ਜਿਹੜੀ ਹੈਗੀ ਆ ਕਮੇਟੀ, ਸੈਂਟਰਲ ਕੇਂਦਰੀ ਜਾਂਚ ਬਿਊਰੋ, ਜੇ ਹਿੰਦੀ ਦੇ ਲਿਆਂ ਤਾਂ ਫਿਰ ਇਨਵੈਂਸ਼ਨ, ਪਤਾ ਨਹੀਂ ਉਹਦੇ ਸ਼ਬਦ ਜਿਹੜੇ ਨੇ ਹੋਰ ਲੰਬੇ ਹੋ ਜਾਣੇ ਨੇ। ਇਹਨਾਂ ਦੇ ਕਾਰਜਕਾਲ ਨੂੰ ਲੈ ਕੇ ਇੱਕ ਆਰਡੀਨੈਂਸ ਪਾਸ ਕਰ ਦਿੱਤਾ ਗਿਆ ਕਿ ਇਹਨਾਂ ਦਾ ਜਿਹੜਾ ਡਾਇਰੈਕਟਰ ਜਾਂ ਜਿਹੜੇ ਇਹਨਾਂ ਦੇ ਚੀਫ ਲਾਉਣਗੇ ਉਹਨਾਂ ਦੀ ਜਿਹੜੀ ਕਾਰਜਕਾਲ ਆ ਉਹ 5-5 ਸਾਲ ਦਾ ਹੋਵੇਗਾ। ਇਸ ਤੋਂ ਪਹਿਲਾਂ ਇਹ 2 ਸਾਲ ਦਾ ਸੀ। ਇਹਨਾਂ ਕਾਨੂੰਨਾਂ ਨੂੰ ਪਾਸ ਕਰਨ ਲਈ ਸੈਸ਼ਨ ਦੀ ਉਡੀਕ ਵੀ ਨਹੀਂ ਕੀਤੀ ਗਈ। ਇਹਨਾਂ ਨੂੰ ਬਹੁਤ ਹੀ ਜ਼ਰੂਰੀ ਦੱਸਿਆ ਗਿਆ ਕਿ ਇਹ ਅਤੀ ਜ਼ਰੂਰੀ ਨੇ, ਇਸ ਕਰਕੇ ਆਰਡੀਨੈਂਸ ਜਿਹੜਾ ਪਾਸ ਕੀਤਾ ਗਿਆ। ਕਿ ਸੰਵਿਧਾਨ ਦੇ ਵਿੱਚ ਇਹ ਗੱਲ ਕਹੀ ਹੋਈ ਆ ਕਿ ਤੁਸੀਂ ਜਿਹੜੇ ਕਾਨੂੰਨ ਨੇ ਉਹ ਸੈਸ਼ਨ ਦੇ ਦੌਰਾਨ ਲੈ ਕੇ ਆਉਣੇ ਆ, ਉਹਦੇ ਉੱਤੇ ਬਹਿਸ ਤੇ ਚਰਚਾ ਹੋਣੀ ਆ, ਫਿਰ ਹੀ ਉਹਨਾਂ ਕਾਨੂੰਨਾਂ ਨੂੰ ਤੁਸੀਂ, ਉਹਨਾਂ ਆਰਡੀਨੈਂਸ ਨੂੰ, ਉਹਨਾਂ ਬਿੱਲਾਂ ਨੂੰ ਕਾਨੂੰਨ ਦੀ ਸ਼ਕਲ ਦੇਣੀ ਆ। ਪਰ ਨਾਲ ਦੀ ਨਾਲ ਇਹ ਵੀ ਲਿਖਿਆ ਗਿਆ ਕਿ ਜੇ ਕੋਈ ਗੱਲ ਬਹੁਤ ਜ਼ਰੂਰੀ ਹੋਵੇ, ਸੈਸ਼ਨ ਦੂਰ ਹੋਵੇ, ਤਾਂ ਫਿਰ ਤੁਸੀਂ ਉਹਨੂੰ ਆਰਡੀਨੈਂਸ ਦੇ ਰੂਪ 'ਚ ਲਿਆ ਕੇ ਤੇ ਪਾਸ ਰਾਸ਼ਟਰਪਤੀ ਕੋਲੋਂ ਕਰਵਾ ਸਕਦੇ ਆ। ਇਹਨਾਂ ਦੋਨਾਂ ਬਿੱਲਾਂ ਨੂੰ ਪਾਸ ਕਰਵਾ ਲਿਆ ਗਿਆ। ਫਿਰ ਉਹੀ ਗੱਲ ਦੁਬਾਰੇ ਅਸੀਂ ਕਈ ਵਾਰ ਕਰਦੇ ਹਾਂ, ਪਰ ਕਰਦੇ ਇਸ ਕਰਕੇ ਆ ਦੁਬਾਰਾ ਕਿਉਂਕਿ ਨਲਾਇਕ ਨਿਆਣੇ ਨੂੰ ਸਮਝਾਉਣ ਲਈ ਟੀਚਰ ਦੁਬਾਰਾ ਸਮਝਾਉਂਦਾ, ਪਰ ਕਈ ਵਾਰ ਉਹਦੇ ਖਾਨੇ ਫਿਰ ਨਹੀਂ ਪੈਂਦੀ। ਇਹੀ ਸਰਕਾਰ ਜਿਹੜੀ ਆ, ਜਦੋਂ ਇਹੀ ਪਾਰਟੀ ਸੱਤਾਧਾਰੀ ਧਿਰ ਜਿਹੜੀ ਬੀਜੇਪੀ ਆ, ਜਦੋਂ ਇਹ ਵਿਰੋਧੀ ਧਿਰ 'ਚ ਬੈਠੀ ਹੁੰਦੀ ਸੀ ਤੇ ਇਹ ਸੀਬੀਆਈ ਨੂੰ ਪਿੰਜਰੇ ਦਾ ਤੋਤਾ ਦੱਸਦੀ ਸੀ ਕਿ ਇਹ ਤਾਂ ਉਹੀ ਬੋਲਦੇ ਨੇ ਜੋ ਇਹਨਾਂ ਨੂੰ ਇਹਨਾਂ ਦੇ ਸਰਕਾਰ ਜਾਂ ਕੈਬਨਿਟ ਜਾਂ ਜਿਹੜੀ ਤਾਕਤਵਰੀ ਧਿਰ ਆ ਉਹ ਸਿਖਾਉਂਦੀ ਆ। ਤੇ ਹੁਣ ਉਹਨਾਂ ਦੇ ਹੀ ਕਾਰਜਕਾਲ ਨੂੰ 5 ਸਾਲ ਲਈ ਕਰ ਦੇਣਾ, ਫਿਰ ਇਹ ਉਹਨਾਂ ਤੋਤਿਆਂ ਨੂੰ ਇੱਕ ਲੰਬੀ ਗਾਨੀ ਪਾ ਕੇ ਰੱਖਣਾ ਚਾਹੁੰਦੇ ਨੇ ਕਿ ਅੱਗੇ ਤਾਂ ਤੋਤਾ ਸਾਲ 2 ਸਾਲ ਬਾਅਦ ਬਦਲ ਜਾਂਦਾ ਸੀ, ਫਿਰ ਅਗਲੀ ਵਾਰ ਜਿਹੜਾ ਤੋਤਾ ਲੈ ਕੇ ਆਵਾਂਗੇ ਉਹਨੂੰ ਫਿਰ ਸਿਖਾਉਣਾ ਪਊਗਾ। ਤਾਂ ਸਿੱਖਿਆ ਸਿਖਾਇਆ ਹੀ ਜਿਹੜਾ ਆ ਉਹਨੂੰ 5 ਸਾਲ ਲਈ ਅਸੀਂ ਰੱਖ ਲਈਏ। ਮਸਲਾ ਇੱਥੇ ਨਹੀਂ ਖੜਾ ਹਰਪ੍ਰੀਤ ਜੀ ਕਿ ਤੁਸੀਂ ਉਹਦਾ ਹੀ ਕਾਰਜਕਾਲ 2 ਸਾਲ ਰੱਖਣਾ ਹੈ ਜਾਂ 5 ਸਾਲ ਰੱਖਣਾ ਹੈ ਜਾਂ 58 ਸਾਲ ਦੀ ਉਮਰ ਤੱਕ ਰੱਖਣਾ ਹੈ ਜੀ। ਮਸਲਾ ਤਾਂ ਇਸ ਗੱਲ ਤੇ ਆ ਕਿ ਤੁਸੀਂ ਇਹਨਾਂ ਸੰਸਥਾਵਾਂ ਕੋਲੋਂ ਕੰਮ ਕਿਵੇਂ ਲੈਣਾ ਹੈ। ਜੋ ਇਹਨਾਂ ਸੰਸਥਾਵਾਂ ਦੇ ਸੰਵਿਧਾਨ ਨੇ, ਜੋ ਇਹਨਾਂ ਸੰਸਥਾਵਾਂ ਦਾ ਅਸਲ ਦੇ ਵਿੱਚ ਕਾਰਜ ਪ੍ਰਣਾਲੀ ਹੈ, ਜਿਹੜੇ ਕੰਮ ਲਈ ਇਹਨਾਂ ਸੰਸਥਾਵਾਂ ਦਾ ਗਠਨ ਕੀਤਾ ਗਿਆ, ਕੀ ਇਹ ਸੰਸਥਾਵਾਂ ਉਹ ਕੰਮ ਕਰਦੀਆਂ ਨੇ ਜਾਂ ਫਿਰ ਇਹ ਸੰਸਥਾਵਾਂ ਸਿਰਫ ਸੱਤਾਧਾਰੀ ਧਿਰ ਨੂੰ ਤਾਕਤ ਦੇਣ ਦਾ ਕੰਮ ਕਰਦੀਆਂ ਨੇ। ਅਸੀਂ UAPA, PASA, NDPS, NDC ਆ ਤੁਹਾਡੇ
ਬਹੁਤ ਸਾਰੇ ਕਾਨੂੰਨ ਇਦਾਂ ਅਸੀਂ ਵਰਤੇ ਹੁੰਦੇ ਦੇਖਦੇ ਹਾਂ, ਜਿਹਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਬੜੀ ਚਰਚਾ 'ਚ ਰਿਹਾ ਕਿ 6 ਗ੍ਰਾਮ ਨਸ਼ੇ ਦਾ ਮਾਮਲਾ ਜਿਹੜਾ ਆ ਉਹ ਮਹੀਨਿਆਂ ਤੱਕ ਜੇਲ੍ਹ ਦੇ ਵਿੱਚ ਬੰਦਿਆਂ ਨੂੰ ਰਹਿਣਾ ਪਿਆ ਤੇ ਹਾਲੇ ਵੀ ਉਹ ਕੇਸ ਜਿਹੜਾ ਲੰਬਾ ਚੱਲੇਗਾ। ਉਹਦੇ 'ਚ ਸੈਸ਼ਨ ਕੋਰਟ 'ਚ ਵਕੀਲ ਹੋਰ, ਹਾਈ ਕੋਰਟ 'ਚ ਵਕੀਲ ਹੋਰ, ਲੋਅਰ ਕੋਰਟ 'ਚ ਵਕੀਲ ਹੋਰ, ਵੱਡੀਆਂ ਗੱਡੀਆਂ ਤੇ ਵੱਡੀਆਂ ਗੱਲਾਂ ਤੇ ਜਿੱਥੋਂ 3000 ਕਿਲੋ ਨਸ਼ਾ ਫੜਿਆ ਗਿਆ ਸੀ ਉਹਦੀ ਕਿਤੇ ਕੋਈ ਚਰਚਾ ਨਹੀਂ ਸੀ। ਸੋ ਇਹ ਜਿਹੜੇ ਆਰਡੀਨੈਂਸ ਨੇ ਇਹ ਸੱਤਾ ਦੀ ਤਾਕਤ ਦਾ ਪ੍ਰਤੀਕ ਬਣ ਕੇ ਰਹਿ ਗਏ ਨੇ। ਇਹਨਾਂ ਦੇ ਵਿੱਚ ਗੈਰ ਜ਼ਰੂਰੀ ਨੂੰ ਅਤੀ ਜ਼ਰੂਰੀ ਦੱਸ ਕੇ ਕਾਨੂੰਨ ਨੂੰ ਸੈਸ਼ਨ ਤੋਂ ਬਾਹਰ ਹੀ ਆਰਡੀਨੈਂਸ 'ਚ ਪਾਸ ਕਰ ਲਿਆ ਜਾਂਦਾ। ਜੀ ਸ਼ਰਮਾ ਜੀ, ਗੱਲ ਕਰਾਂਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ, ਜੋ ਕਿ ਆਪਣੇ ਢੇਰ ਸਾਰੇ ਚਲਾਨਾਂ ਨੂੰ ਲੈ ਕੇ ਚਰਚਾ ਵਿੱਚ ਨੇ, ਪਰ ਬੀਤੇ ਕੱਲ ਉਹਨਾਂ ਵੱਲੋਂ ਨੋ ਚਲਾਨ ਡੇ ਮਨਾਇਆ ਗਿਆ ਹੈ ਤੇ ਇਸ ਬਾਰੇ ਚਰਚਾ ਕਰਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਜਦੋਂ ਤੋਂ ਉਹਨਾਂ ਨੂੰ ਇਹ ਅਹੁਦਾ ਮਿਲਿਆ ਹੈ ਉਸ ਤੋਂ ਬਾਅਦ ਉਹ ਕਾਫੀ ਉਤਸ਼ਾਹਿਤ ਨੇ ਤੇ ਆਪਣੀ ਉਤਸੁਕਤਾ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਬੱਸਾਂ ਤੇ ਟਰਾਂਸਪੋਰਟ ਕੰਪਨੀਆਂ ਤੇ ਉਹਨਾਂ ਨੇ ਕਾਰਵਾਈ ਕੀਤੀ ਹੈ ਤੇ ਬਹੁਤ ਸਾਰੀਆਂ ਬੱਸਾਂ ਤੇ ਉਹਨਾਂ ਨੇ ਚਲਾਨ ਵੀ ਕੀਤੇ ਨੇ, ਪਰ ਬੀਤੇ ਕੱਲ ਉਹਨਾਂ ਵੱਲੋਂ ਨੋ ਚਲਾਨ ਡੇ ਮਨਾਇਆ ਗਿਆ। ਸੋ ਸ਼ਰਮਾ ਜੀ, ਕੀ ਕਹਿਣਾ ਚਾਹੋਗੇ, ਨੋ ਚਲਾਨ ਡੇ ਆਖਿਰ ਹੈ ਕੀ? ਇਹ ਤੁਸੀਂ ਦੱਸਿਆ ਜੀ ਕਿ ਉਹਨਾਂ ਨੇ ਨੋ ਚਲਾਨ ਡੇ ਮਨਾਇਆ। ਮੈਨੂੰ ਤੇ ਇੱਕ ਗੱਲ ਜਿਹੜੀ ਚੰਗੀ ਲੱਗੀ, ਇੱਕ ਅਜਿਹਾ ਮਿਨਿਸਟਰ ਬਹੁਤ ਸਮੇਂ ਬਾਅਦ, ਕਿਉਂਕਿ 4.5 ਸਾਲ ਜਿਹੜੀ ਸਰਕਾਰ ਰਹੀ ਉਹ ਇਦਾਂ ਲੱਗਦਾ ਸੀ ਜਿੱਦਾਂ ਸੁੱਤੀ ਹੋਈ ਸਰਕਾਰ ਆ ਜਾਂ ਉਹ ਨਾ ਕੰਮ ਕਰਦੀ ਹੋਈ ਸਰਕਾਰ ਸੀ। ਟਰਾਂਸਪੋਰਟ ਜਿਹੜੇ ਇਹਨਾਂ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਸੀ ਬੀਬਾ ਜੀ, ਉਹਨਾਂ ਨੂੰ RTI ਵਾਲੀ ਜਾਣਕਾਰੀ ਕਿਸੇ ਨੇ ਲਿਜਾ ਕੇ ਦਿੱਤੀ ਸੀ ਤੇ ਉਹਨਾਂ ਨੇ ਉਹਦੇ ਉੱਤੇ ਵੀ ਕੋਈ ਕਾਰਵਾਈ ਜਿਹੜੀ ਆ ਉਹ ਕਰਨ ਤੋਂ ਲਗਭਗ ਇਨਕਾਰ ਹੀ ਕਰੀ ਰੱਖਿਆ। ਜਿਹਦੇ ਅਧੀਨ ਇਹ ਗੱਲ ਸੀ, ਜਿਹੜੀ ਗੱਲ ਕੱਲ ਰਾਜਾ ਵੜਿੰਗ ਕਰਦੇ ਨਜ਼ਰ ਆਏ ਕਿ ਜਿਹੜੀਆਂ ਟੂਰਿਸਟ ਬੱਸਾਂ ਨੇ ਜਾਂ ਕਿਸੇ ਵੱਡੇ ਪਰਿਵਾਰਾਂ ਦੀਆਂ ਬੱਸਾਂ ਨੇ ਜਿਹੜੀਆਂ ਦਿੱਲੀ ਏਅਰਪੋਰਟ ਨੂੰ ਜਾਂਦੀਆਂ ਨੇ, ਜਾਣਕਾਰੀ ਇਹ ਸਾਹਮਣੇ ਆਈ ਸੀ ਨਿਕਲ ਕੇ ਉਸ ਟਾਈਮ ਤੇ ਹਰਪ੍ਰੀਤ ਜੀ ਕਿ ਇਹਨਾਂ ਬੱਸਾਂ ਕੋਲੇ ਮੰਨ ਲਓ ਕਿ ਜਲੰਧਰ ਤੋਂ ਦਿੱਲੀ ਦਾ ਪਰਮਿਟ ਆ ਤੇ ਉਹ ਟੂਰਿਸਟ ਪਰਮਿਟ ਆ। ਉਹਦੇ ਅਨੁਸਾਰ ਇਹਨਾਂ ਨੇ ਜਲੰਧਰ ਤੋਂ ਜਿਹੜੇ ਟੂਰਿਸਟ ਨੇ, ਜਿਹੜੇ ਯਾਤਰੀ ਨੇ, ਉਹ ਬਿਠਾਉਣੇ ਨੇ ਤੇ ਦਿੱਲੀ ਜਾ ਕੇ ਹੀ ਉਤਾਰਨੇ ਨੇ ਤੇ ਟੂਰਿਸਟ ਬੱਸ ਕੋਲ ਰਸਤੇ ਦੇ ਵਿੱਚ ਸਵਾਰੀਆਂ ਨੂੰ ਲਾਉਣ ਦਾ ਚੜਾਉਣ ਦਾ ਕੰਮ ਜਿਹੜਾ ਹੈ ਉਹ ਬਿਲਕੁਲ ਨਹੀਂ ਹੁੰਦਾ, ਉਹਨਾਂ ਦੇ ਕੋਲ ਉਹਦਾ ਅਧਿਕਾਰ ਹੀ ਨਹੀਂ ਹੁੰਦਾ। ਤੇ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਪੰਜਾਬ ਦੇ ਹਰ ਵੱਡੇ ਸ਼ਹਿਰ ਚੋਂ ਬੱਸਾਂ ਜਿਹੜੀਆਂ ਦਿੱਲੀ ਨੂੰ ਜਾਂਦੀਆਂ ਆ, ਉਹਨਾਂ ਕੋਲ ਪਰਮਿਟ ਟੂਰਿਸਟ ਹੁੰਦੇ ਸੀ ਤੇ ਉਹ ਕਰਦੇ ਸੀਗੇ ਹਰ ਇੱਕ ਸ਼ਹਿਰ ਚੋਂ ਸਵਾਰੀ ਚੜਾਉਣ ਦਾ ਤੇ ਉਤਾਰਨ ਦਾ ਕੰਮ, ਤੇ ਉਹਨਾਂ ਨੇ ਬੜੇ ਧੜੱਲੇ ਨਾਲ ਇਹ ਕੰਮ ਕੀਤਾ ਤੇ ਉਹਨਾਂ ਕੋਲ ਇਹਦੀ ਇਸ ਕੰਮ ਲਈ ਵੱਖਰੇ ਸ਼ਹਿਰਾਂ ਦੇ ਵਿੱਚ ਦਫ਼ਤਰ ਵੀ ਖੋਲ੍ਹੇ ਗਏ ਸੀ। ਹੁਣ ਜਿਹੜੀ ਗੱਲ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਵਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਦੋਂ ਟਰਾਂਸਪੋਰਟ ਮੰਤਰੀ ਬਣੇ ਤੇ ਉਹਨਾਂ ਨੇ ਜਿਹੜੀ ਟਰਾਂਸਪੋਰਟ ਮਿਨਿਸਟਰੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕੀਤਾ। ਇਹ ਨੋ ਚਲਾਨ ਡੇ ਦੇ ਵਿੱਚ ਤੁਸੀਂ ਦੱਸਿਆ ਕਿ ਉਹ ਇਹ ਕੰਮ ਕਰਦੇ ਸੀਗੇ ਕਿ ਉਹਨਾਂ ਦੇ ਇੱਕ ਦਿਨ ਲਈ ਚਲਾਨ ਨਾ ਕੱਟ ਕੇ ਉਹਨਾਂ ਨੂੰ ਥੋੜਾ ਜਿਹਾ ਸ਼ਰਮਸਾਰ ਕੀਤਾ ਜਾਵੇ, ਕੁਝ ਉਹਨਾਂ ਨੂੰ ਅਵੇਅਰ ਕੀਤਾ ਜਾਵੇ, ਕੁਝ ਉਹਨਾਂ ਨੂੰ ਫੁੱਲ ਭੇਂਟ ਕੀਤੇ ਜਾਣ ਕਿ ਬਹੁਤ ਚੰਗੀ ਗੱਲ ਆ ਕਿ ਤੁਹਾਡੇ ਕੋਲ ਕਾਗਜ਼ ਪੱਤਰ ਪੂਰੇ ਨਹੀਂ ਹਨ, ਆ ਲਓ ਸ਼ਾਬਾਸ਼ ਆ ਤੁਹਾਡੇ। ਜਿੱਦਾਂ ਅਸੀਂ ਕੋਵਿਡ ਦੇ ਦੌਰਾਨ ਵੀ ਪੁਲਿਸ ਨੂੰ ਬਹੁਤ ਕੁਝ ਕਰਦੇ ਦੇਖਿਆ। ਮੈਂ ਇੱਕ ਵਾਰੀ ਅੱਗੇ ਵੀ ਗੱਲ ਕੀਤੀ ਸੀ ਕਿਸੇ ਹੋਰ ਸੰਦਰਭ ਦੇ ਵਿੱਚ ਕਿ ਇੱਕ ਵੱਡੇ ਹਿੰਦੀ ਦੇ ਕਵੀ ਨੇ ਜਿਹੜੇ ਹਾਸ ਦੀ ਕਵਿਤਾ ਕਰਦੇ ਨੇ, ਉਹਨਾਂ ਨੇ ਇੱਕ ਵਾਰ ਲਿਖਿਆ ਸੀ ਜਾਂ ਇੱਕ ਵਾਰ ਕਿਤੇ ਕਵਿਤਾ ਗਾਈ ਸੀ ਕਿ ਰਾਜੇ ਦਾ ਕੰਮ ਇਹ ਨਹੀਂ ਹੈਗਾ ਕਿ ਉਹ ਕਿਸੇ ਗਰੀਬ ਦੇ ਘਰ ਜਾ ਕੇ ਰੋਟੀ ਖਾਵੇ, ਬਲਕਿ ਰਾਜੇ ਦਾ ਕੰਮ ਇਹ ਆ ਕਿ ਉਹਦੇ ਰਾਜ ਦਾ ਹਰ ਬੰਦਾ ਰੋਟੀ ਖਾਵੇ। ਬਿਲਕੁਲ। ਸੋ ਟਰਾਂਸਪੋਰਟ ਮੰਤਰੀ ਦਾ ਕੰਮ ਇਹ ਨਹੀਂ ਹੈਗਾ ਕਿ ਉਹ ਰਾਤ ਨੂੰ ਦਿਨ ਨੂੰ ਜਾ ਕੇ ਕਿਤੇ ਬੱਸਾਂ ਚੈੱਕ ਕਰਦਾ ਫਿਰੇ, ਕਿਤੇ ਅੱਡਿਆਂ ਦੀ ਸਫਾਈ ਕਰਦਾ ਫਿਰੇ, ਜਾਂ ਉਹ ਆਪ ਹੀ ਸਾਰੇ ਹੀ ਡਿਪਾਰਟਮੈਂਟ ਦਾ ਇੱਕ ਸ਼ਕਲ ਬਣ ਕੇ ਪੇਸ਼ ਹੋਵੇ। ਜਿੱਦਾਂ ਕਿ ਇੱਕ ਆਦਤ, ਜਿੱਦਾਂ ਤੇ ਇੱਕ ਸਿਸਟਮ, ਜਿੱਦਾਂ ਦੀ ਇੱਕ ਜਿਹੜੀ ਸਾਡੀ ਇੱਕ ਤਾਣਾ ਬਾਣਾ ਡਿਵੈਲਪ ਹੋ ਗਿਆ ਕਿ ਅਸੀਂ ਆਪਣੇ ਆਪ ਨੂੰ ਹੀ ਮੋਹਰੇ ਰੱਖ ਕੇ ਸਾਰੇ ਕੰਮ ਕਰਨੇ ਚਾਹੁੰਦੇ ਹਾਂ। ਬਿਲਕੁਲ। ਚਾਹੇ ਉਹ ਪ੍ਰਧਾਨ ਮੰਤਰੀ ਮੋਦੀ ਹੋਣ, ਚਾਹੇ ਉਹ ਅਰਵਿੰਦ ਕੇਜਰੀਵਾਲ ਹੋਣ ਤੇ ਚਾਹੇ ਹੋਰ ਕੋਈ ਪੁਲਿਸ ਦੇ ਅਫਸਰ ਹੋਣ, ਬਹੁਤ ਸਾਰੇ ਲੋਕ ਅਜਿਹੇ ਹੀ ਨਜ਼ਰ ਆਉਂਦੇ ਨੇ। ਚਾਹੀਦਾ ਤਾਂ ਇਹ ਸੀ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਕਿ ਉਹ ਆਪਣੇ ਸਾਰੇ ਡਿਸਟ੍ਰਿਕਟ ਅਥਾਰਟੀਜ਼ ਨੂੰ ਜਾਂ ਰੀਜਨਲ ਅਥਾਰਟੀਜ਼ ਨੂੰ ਬੁਲਾ ਲੈਣ, ਉਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨ ਤੇ ਉਹਨਾਂ ਤੋਂ ਰਿਪੋਰਟਿੰਗ ਲੈ ਲੈਣ, ਉਹ ਡੇਲੀ ਦੀ ਡੇਲੀ ਲੈ ਲੈਣ, ਚਾਹੇ ਵੀਕਲੀ ਲੈ ਲੈਣ। ਠੀਕ ਆ, ਉਹਨਾਂ ਨੂੰ ਆਪ ਵੀ ਘੁੰਮਣਾ ਚਾਹੀਦਾ, ਪਰ ਇਦਾਂ ਜਿਹੜੀ ਗੱਲ ਆ ਉਹ ਇੱਕ ਬੰਦਾ ਜੇ ਸਾਰੇ ਦੇ ਸਾਰੇ ਪੰਜਾਬ ਦੀ ਚੈਕਿੰਗ ਕਰੇਗਾ ਤਾਂ ਉਹ ਕਿਵੇਂ ਕਰ ਸਕੇਗਾ? ਬਿਲਕੁਲ।
ਇੱਕ ਗੱਲ ਜਿਹੜੀ ਹੋਰ ਮੇਰੇ ਧਿਆਨ 'ਚ ਆਈ ਜਾਂ ਮੈਨੂੰ ਲੱਗਾ ਕਿ ਇਹ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ, ਤੇ ਹੋ ਸਕਦਾ ਜੇ ਕਿਤੇ ਟਰਾਂਸਪੋਰਟ ਮੰਤਰੀ ਸਾਹਿਬ ਸੁਣਨ ਤੇ ਉਹਨਾਂ ਦੀ ਵੀ ਇਹ ਗੱਲ ਧਿਆਨ 'ਚ ਆਉਣੀ ਚਾਹੀਦੀ ਆ। ਮੈਂ ਤੁਹਾਨੂੰ ਹੀ ਇੱਕ ਗੱਲ ਪੁੱਛਾਂ ਕਿ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਡਰਾਈਵਿੰਗ ਲਾਇਸੈਂਸ ਜਿਹੜੀ ਬਣਾਉਣ ਦੀ ਉਮਰ ਆ ਉਹ ਕਿੰਨੀ ਆ? ਜਿਹੜੇ ਬਿਨਾਂ ਗੇਅਰਾਂ ਤੋਂ 16 ਸਾਲ ਤੇ ਗੇਅਰਾਂ ਵਾਲੀ ਜਿਹੜੀ ਕੋਈ ਵੀ ਗੱਡੀ ਕੋਈ ਵੀ ਵਹੀਕਲ ਉਹਦੇ ਲਈ 18 ਸਾਲ। ਮੰਨ ਕੇ ਚੱਲੀਏ ਕਿ ਜੇ ਤੁਸੀਂ ਕੋਈ ਮੋਟਰਸਾਈਕਲ ਚਲਾਉਂਦੇ ਹੋ ਤਾਂ ਉਹ ਤੁਸੀਂ 18 ਸਾਲ ਤੋਂ ਬਾਅਦ ਹੀ ਚਲਾ ਸਕਦੇ ਹੋ ਜੀ। ਤੇ ਮੇਰਾ ਇਹ ਮੰਨਣਾ ਆ ਕਿ ਤੁਸੀਂ ਇਸ ਵੇਲੇ ਪੰਜਾਬ ਦੇ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਸਕੂਲ 'ਚ ਚਲੇ ਜਾਓ, ਤੁਹਾਨੂੰ ਉੱਥੇ ਅੱਧੋਂ ਵੱਧ ਜਿਹੜੇ ਸਟੂਡੈਂਟ ਨੇ, ਵਿਦਿਆਰਥੀ ਨੇ, ਉਹ ਸਕੂਟਰ ਜਾਂ ਮੋਟਰਸਾਈਕਲ ਦੇ ਉੱਤੇ ਹੀ ਸਕੂਲ ਆਉਂਦੇ ਨਜ਼ਰ ਆਉਣਗੇ। ਬਿਲਕੁਲ। ਸੋ ਇਸ ਹਿਸਾਬ ਨਾਲ ਅਸੀਂ ਇੱਕ ਬਹੁਤ ਹੀ ਜ਼ਿਆਦਾ ਐਕਸੀਡੈਂਟ ਨੂੰ ਵੀ ਸੱਦਾ ਦੇ ਰਹੇ ਹਾਂ, ਬਹੁਤ ਜ਼ਿਆਦਾ, ਤੇ ਨਾਲ ਦੀ ਨਾਲ ਅਸੀਂ ਇੱਕ ਗੁਨਾਹ ਵੀ ਕਰਦੇ ਹਾਂ ਜਦੋਂ ਅਸੀਂ ਛੋਟੇ ਬੱਚਿਆਂ ਨੂੰ ਸਕੂਟਰ ਜਾਂ ਮੋਟਰਸਾਈਕਲ ਲੈ ਕੇ ਦਿੰਦੇ ਹਾਂ। ਇਹਦੇ ਵਿੱਚ ਸਾਰੇ ਦੇ ਸਾਰੇ ਹੀ ਲੋਕ ਜਿਹੜੇ ਆ ਉਹ ਦੋਸ਼ੀ ਨੇ, ਵਿੱਚ ਹੀ ਮਾਪੇ, ਵਿੱਚ ਹੀ ਪੁਲਿਸ ਪ੍ਰਸ਼ਾਸਨ ਤੇ ਨਾਲ ਦੀ ਨਾਲ ਸਕੂਲ ਦਾ ਪ੍ਰਸ਼ਾਸਨ ਵੀ। ਉਹਨਾਂ ਨੇ ਕੱਲ ਵੀ ਕਿਹਾ ਕਿ ਸਕੂਲਾਂ ਦੇ ਨੇੜੇ ਜਿਹੜੀ ਸਪੀਡ ਆ ਉਹ 25 ਦੀ ਲਿਮਿਟ ਜਿਹੜੀ ਆਪਾਂ ਤੈਅ ਕਰਨੀ ਆ, ਤਾਂ ਜੋ ਜਿਹੜੇ ਹਾਦਸੇ ਨੇ ਉਹਨਾਂ ਤੋਂ ਇੱਕ ਨਿਜਾਤ ਮਿਲੇ ਜਾਂ ਹਾਦਸੇ ਜਿਹੜੇ ਆ ਘੱਟ ਹੋਣ। ਅਸੀਂ ਕੋਸ਼ਿਸ਼ ਤੇ ਇਹੀ ਆ ਕਿ ਹਾਦਸੇ ਨਾ ਹੋਣ, ਪਰ ਜੇਕਰ ਉਹ ਇਹੋ ਜਿਹੀਆਂ ਮਿਲਣੀਆਂ ਅਧਿਆਪਕਾਂ ਦੀਆਂ, ਪੁਲਿਸ ਪ੍ਰਸ਼ਾਸਨ ਦੀਆਂ ਅਤੇ ਮਾਪਿਆਂ ਦੀਆਂ ਸਕੂਲਾਂ ਦੇ ਵਿੱਚ ਕਰਵਾਉਣ ਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਬੱਚਿਆਂ ਦੀ ਪ੍ਰੋਪਰ ਟ੍ਰੇਨਿੰਗ ਹੋਵੇ, ਜਿਹੜੇ 18 ਸਾਲ ਤੋਂ ਵੱਡੇ ਹੋ ਚੁੱਕੇ ਨੇ, ਉਹਨਾਂ ਕੋਲ ਲਾਇਸੈਂਸ ਵੀ ਹੋਵੇ, ਉਹਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ ਜਾਵੇ, ਤੇ ਨਾਲ ਦੀ ਨਾਲ ਪੇਰੈਂਟਸ ਨੂੰ ਵੀ ਉਤਸ਼ਾਹਿਤ ਕਰਨ ਤੇ ਸਕੂਲ ਪ੍ਰਸ਼ਾਸਨ ਨੂੰ ਵੀ ਇਸ ਕੰਮ ਲਈ ਸਖਤ ਕਰਨ ਕਿ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਹੈਗਾ ਉਹ ਆਪਣੇ ਬੱਚਿਆਂ ਨੂੰ ਜਾਂ ਸਕੂਲ ਦੇ ਸਾਧਨਾਂ ਦੇ ਉੱਤੇ ਭੇਜਣ, ਤੇ ਜਿੱਥੇ ਸਰਕਾਰੀ ਸਕੂਲ ਨੇ ਜਾਂ ਸਕੂਲ ਕੋਲ ਸਾਧਨ ਨਹੀਂ ਹਨ ਉਹ ਬੱਚਿਆਂ ਨੂੰ ਸਾਈਕਲਾਂ ਦੇ ਉੱਤੇ ਹੀ ਸਕੂਲ ਭੇਜਿਆ ਜਾਵੇ। ਤੇ ਉਹਦੇ ਨਾਲ ਉਹਦੇ ਜਿਹੜੇ 2-3 ਫਾਇਦੇ ਨੇ ਉਹ ਹੋ ਸਕਦੇ ਨੇ। ਮਾਪਿਆਂ ਦੇ ਉੱਤੇ ਆਰਥਿਕ ਬੋਝ ਵੀ ਘਟੇਗਾ, ਐਕਸੀਡੈਂਟ ਦੀ ਜਿਹੜੀ ਸੰਭਾਵਨਾ ਆ ਉਹਦੇ ਤੇ ਵੀ ਰੋਕ ਲੱਗੇਗੀ, ਤੇ ਨਾਲ ਦੀ ਨਾਲ ਬੱਚਿਆਂ ਲਈ ਉਹ ਸਰੀਰਕ ਤੌਰ ਤੇ ਵੀ ਇੱਕ ਚੰਗੀ ਜਿਹੜੀ ਇਹ ਗੱਲ ਹੋਵੇਗੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਬੱਚੇ ਬਹੁਤ ਕਰਕੇ ਮੋਬਾਈਲ ਫੋਨ ਦੇ ਵਿੱਚ ਹੀ ਉਲਝੇ ਹੋਏ ਨੇ। ਬਹੁਤ ਘੱਟ ਵਿਦਿਆਰਥੀ ਨੇ ਜਿਹੜੇ ਰੂਟੀਨ ਦੇ ਵਿੱਚ ਕਿਸੇ ਵੀ ਐਕਸਰਸਾਈਜ਼ ਨੂੰ ਅੰਜਾਮ ਦਿੰਦੇ ਹਨ ਜਾਂ ਕਿਸੇ ਗਰਾਊਂਡ ਦੇ ਵਿੱਚ ਜਾ ਕੇ, ਕਿਸੇ ਖੇਡ ਮੈਦਾਨ ਵਿੱਚ ਜਾ ਕੇ ਉਹ ਕਿਸੇ ਖੇਡ ਦੀ ਰੁਚੀ ਦਾ ਪ੍ਰਗਟਾਵਾ ਕਰਦੇ ਹਨ। ਜੀ ਸ਼ਰਮਾ ਜੀ, ਇੱਕ ਬਹੁਤ ਵੱਡੀ ਹੋਰ ਜਿਹੜੀ ਪ੍ਰੋਬਲਮ ਹੈ ਪ੍ਰਦੂਸ਼ਣ ਦੀ, ਉਹ ਵੀ ਕਿਤੇ ਨਾ ਕਿਤੇ ਕਿਸੇ ਹੱਦ ਤੱਕ ਜਾ ਕੇ ਘਟੇਗੀ। ਜੀ 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 ਸ਼ਰਮਾ ਜੀ, ਜੇ ਹੁਣ ਅਸੀਂ ਗੱਲ ਕਰ ਲਈਏ ਕਿ ਬੀਤੇ ਕਈ ਦਿਨਾਂ ਤੋਂ ਜਿਹੜਾ ਇੰਨਾ ਜ਼ਿਆਦਾ ਹੋ ਹੱਲਾ ਰੌਲਾ ਪਿਆ ਹੋਇਆ ਹੈ, ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਵੀ ਪੇਸ਼ ਕਰਕੇ ਪਾਸ ਕਰ ਦਿੱਤਾ ਗਿਆ ਹੈ BSF ਦਾ ਜਿਹੜਾ ਦਾਇਰਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦਾ। ਤੇ ਬੀਤੇ ਕੱਲ ਜਿਹੜੇ BSF ਦੇ IG ਸੋਨਾਲੀ ਮਿਸ਼ਰਾ ਨੇ, ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਕਾਫੀ ਦਿਨਾਂ ਦੇ ਬਾਅਦ। ਕੀ ਕਹਿਣਾ ਚਾਹੋਗੇ? ਹਰਪ੍ਰੀਤ ਜੀ, ਜਦੋਂ ਕੁਝ ਦਿਨ ਪਹਿਲਾਂ ਕੈਬਨਿਟ ਵੱਲੋਂ, ਕੇਂਦਰ ਵੱਲੋਂ ਇੱਕ ਫੈਸਲਾ ਆਇਆ ਸੀਗਾ ਕਿ ਸਾਰੇ ਹੀ ਭਾਰਤ ਦੀਆਂ ਜਿਹੜੇ ਵੀ ਬਾਰਡਰ ਸਟੇਟ ਨੇ ਉੱਥੇ BSF ਜਿਹੜੀ ਬਾਰਡਰ ਸਿਕਿਉਰਿਟੀ ਫੋਰਸ, ਜਿਹਨੂੰ ਸੀਮਾ ਸੁਰੱਖਿਆ ਬਲ ਵੀ ਕਹਿੰਦੇ ਆ, ਉਹਦਾ ਜਿਹੜਾ ਜਾਂਚ ਦਾ ਦਾਇਰਾ ਆ ਕਿਲੋਮੀਟਰ ਵਾਈਜ਼ ਬਾਰਡਰ ਦੇ ਅੰਦਰਲੇ ਪਾਸੇ ਉਹ 15 ਤੋਂ ਵਧਾ ਕੇ 50 ਕਰ ਦਿੱਤਾ ਗਿਆ। ਤੇ ਅਸੀਂ ਉਸ ਦਿਨ ਕਿਹਾ ਸੀਗਾ ਕਿ ਕਿਤੇ ਇਦਾਂ ਨਾ ਹੋਵੇ ਥੋੜੇ ਕੁ ਦਿਨਾਂ ਬਾਅਦ ਇਹ ਕਹਿ ਦੇਣ ਕਿ ਗਲਤੀ ਲੱਗ ਗਈ ਸੀ, 15 ਕਹਿਣਾ ਸੀ ਤੇ 50 ਕਹਿ ਹੋ ਗਿਆ, ਪਰ ਨਹੀਂ, ਉਹ ਸੱਚੇ ਸੀ, ਉਹਨਾਂ ਨੇ 50 ਹੀ ਰੱਖਿਆ ਹੋਇਆ ਸੀ। ਉਦੋਂ ਸਾਰੇ ਹੀ ਦੇਸ਼ ਦੇ ਵਿੱਚ ਇੱਕ ਬਹਿਸ ਛਿੜ ਗਈ ਸੀ ਕਿ ਭਾਰਤ ਦੀ ਜਿਹੜੀ ਕੇਂਦਰੀ ਸੱਤਾ ਆ ਉਹ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਇੱਕ ਹੋਰ ਡਾਕਾ ਮਾਰਨਾ ਚਾਹੁੰਦੀ ਆ। ਉਹ ਇਹਨਾਂ ਸਿਕਿਉਰਿਟੀ ਫੋਰਸਿਸ ਨੂੰ ਵਰਤ ਕੇ ਰਾਜ ਦੇ ਅਧਿਕਾਰਾਂ ਦੇ ਵਿੱਚ ਇੱਕ ਹੋਰ ਦਖਲ ਜਿਹੜਾ ਆ ਉਹ ਦੇਣ ਜਾ ਰਹੀ ਆ। ਪੰਜਾਬ ਵਿਧਾਨ ਸਭਾ ਦੇ ਵਿੱਚ ਇਸ ਕੰਮ ਲਈ ਜਿਹੜਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ, ਉਹਦੇ 'ਚ ਇੱਕ ਬਿੱਲ ਵੀ ਇਹਦੇ ਖਿਲਾਫ ਪਾਸ ਕੀਤਾ ਗਿਆ। ਬੰਗਾਲ, ਅਸਾਮ, ਹੋਰ ਬਹੁਤ ਸਾਰੇ ਸਟੇਟ, ਜਿੱਥੇ ਅਸਾਮ ਦੇ ਵਿੱਚ ਤਾਂ ਨਹੀਂ ਰੌਲਾ ਸੀ ਕਿਉਂਕਿ ਉੱਥੇ ਕੇਂਦਰ ਦੀ ਆਪਣੀ ਪਾਰਟੀ ਵਾਲੀ ਸਰਕਾਰ ਆ, ਜਿੱਥੇ ਸਰਕਾਰਾਂ ਦੂਜੀ ਪਾਰਟੀ ਦੀਆਂ ਸੀ, ਉੱਥੇ ਜਿਹੜਾ ਇਸ ਗੱਲ ਨੂੰ ਲੈ ਕੇ ਹੋ ਹੱਲਾ ਹੋਇਆ। ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਸਮਰਥਨ ਕੀਤਾ ਸੀ ਕਿ ਬਾਰਡਰ ਆ, ਇੱਥੇ ਜਿਹੜੀ ਆ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਆ, ਸੈਂਟਰਲ ਫੋਰਸਿਸ ਨੂੰ ਕੰਮ ਕਰ ਲੈਣ ਦੇਣਾ ਚਾਹੀਦਾ। ਤੇ ਉਹਦੇ ਲਈ ਕੇਂਦਰ ਨੇ ਹਵਾਲਾ ਇਹ ਦਿੱਤਾ ਸੀਗਾ ਕਿ ਡਰੋਨ ਨਾਲ ਜਿਹੜੇ ਹਮਲੇ ਨੇ ਉਹ ਕਾਫੀ ਵਧੇ ਨੇ, ਤੇ ਡਰੋਨ ਦੀ ਜਿਹੜੀ ਪਹੁੰਚ ਆ ਉਹ ਜ਼ਿਆਦਾ ਲੰਬੀ ਹੋਣ ਲੱਗੀ ਆ, 50 ਕਿਲੋਮੀਟਰ ਤੱਕ ਡਰੋਨ ਚੱਲਦੇ ਨੇ, ਤੇ ਇਸ ਕਰਕੇ ਉਹ ਸਾਰਾ ਕੁਝ ਜਿਹੜਾ ਆ ਇਹ ਕੀਤਾ ਗਿਆ। ਤੇ ਬੀਤੇ ਦਿਨੀ ਜਲੰਧਰ ਦੇ ਵਿੱਚ ਹੀ ਸੋਨਾਲੀ ਮਿਸ਼ਰਾ ਜਿਹੜੇ ਮੈਡਮ ਨੇ, ਪੰਜਾਬ ਨੂੰ BSF ਤੋਂ ਹੈੱਡ ਕਰਦੇ ਨੇ, IG ਨੇ ਸ਼ਾਇਦ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉੱਥੇ ਉਹਨਾਂ ਤੋਂ ਕਾਫੀ ਸਵਾਲ ਪੁੱਛੇ ਗਏ, ਤੇ ਜਦੋਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਕਿ ਡਰੋਨ ਜਿਹੜੇ ਨੇ ਉਹ ਕਿੰਨੀ ਕੁ ਦੂਰ ਤੱਕ ਅੰਦਰ ਆਏ ਨੇ, ਤੇ ਉਹਨਾਂ ਨੇ ਕਿਹਾ ਕਿ ਡਰੋਨ ਜਿਹੜਾ ਹੈ 1.5-2 ਕਿਲੋਮੀਟਰ ਤੱਕ ਹੀ ਅੰਦਰ ਆਇਆ।
ਨਾਲ ਦੀ ਨਾਲ ਉਹਨਾਂ ਨੇ ਹੋਰ ਵੀ ਗੱਲਾਂ ਜਿਹੜੀਆਂ ਦੱਸੀਆਂ। ਉਹਨਾਂ ਨੇ ਇੱਕ ਗੱਲ ਹੋਰ ਸਪਸ਼ਟ ਕੀਤੀ ਕਿ BSF ਸਿਰਫ ਔਰ ਸਿਰਫ ਚੌਕਸੀ ਲਈ ਹੀ ਦਾਇਰਾ ਵਧਾਇਆ, ਅਸੀਂ ਜਾਂਚ ਵੀ ਨਹੀਂ ਕਰ ਸਕਦੇ, FIR ਵੀ ਨਹੀਂ ਦਰਜ ਕਰ ਸਕਦੇ। ਉਸ ਕੰਮ ਲਈ ਸਾਨੂੰ ਪਹਿਲਾਂ ਵਾਂਗ ਹੀ ਪੰਜਾਬ ਪੁਲਿਸ ਨਾਲ ਹੀ ਮਿਲ ਕੇ ਜਿਹੜਾ ਆ ਉਹ ਕੰਮ ਕਰਨਾ ਪਵੇਗਾ। ਉਹਨਾਂ ਨੇ ਪੰਜਾਬ ਦੀ ਗੱਲ ਕੀਤੀ, ਪਰ ਗੱਲ ਉਹਨਾਂ ਦੀ ਇਹ ਸੀ ਕਿ ਜਿੱਥੇ ਵੀ ਕਿਤੇ ਸਟੇਟ ਦੇ ਵਿੱਚ ਜਿਸ ਸਟੇਟ ਨਾਲ ਵੀ ਅਸੀਂ ਚੌਕਸੀ ਕਰ ਰਹੇ ਹੋਵਾਂਗੇ ਬਾਰਡਰ ਦੀ, ਉੱਥੇ ਸਾਨੂੰ ਉਸ ਸੰਬੰਧਿਤ ਸਟੇਟ ਨਾਲ ਮਿਲ ਕੇ ਹੀ ਕੰਮ ਕਰਨਾ ਹੈ। ਤੇ ਜੇਕਰ ਇਹੀ ਗੱਲ ਇਸ ਏਜੰਸੀ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਪਹਿਲੇ ਦਿਨ ਹੀ ਦੱਸੀ ਜਾਂਦੀ ਤੇ ਫਿਰ ਇਹ ਜਿਹੜਾ ਇੱਕ ਮੁੱਦਾ 20 ਦਿਨ ਤੱਕ ਛਾਇਆ ਰਿਹਾ ਉਹ ਨਾ ਛਾਉਂਦਾ। ਜੇਕਰ ਕੇਂਦਰ ਵੱਲੋਂ ਇਹ ਸਾਰੀ ਦੀ ਸਾਰੀ ਗੱਲ ਕਰਨ ਤੋਂ ਪਹਿਲਾਂ ਸੰਬੰਧਿਤ ਸੂਬਿਆਂ ਦੇ ਅਫਸਰਾਂ ਨੂੰ ਜਾਂ ਸੰਬੰਧਿਤ ਸੂਬਿਆਂ ਦੇ DGs ਨੂੰ ਜਾਂ ਸੰਬੰਧਿਤ ਸੂਬਿਆਂ ਦੇ ਚੀਫ ਸੈਕਟਰੀਜ਼ ਨੂੰ ਉੱਥੇ ਬੁਲਾ ਲਿਆ ਜਾਂਦਾ ਜਾਂ ਮੇਲ ਕਰ ਦਿੱਤੀ ਜਾਂਦੀ ਜਾਂ ਡਿਟੇਲ ਦੱਸ ਦਿੱਤੀ ਜਾਂਦੀ, ਸੋ ਦੈਟ ਉਹ ਆਪਣੇ ਸਟੇਟ ਦੇ ਵਿੱਚ ਸਾਰੇ ਲੋਕਾਂ ਨਾਲ ਜਾਂ ਸਰਕਾਰਾਂ ਨਾਲ ਜਾਂ ਸੰਬੰਧਿਤ ਧਿਰਾਂ ਨਾਲ ਇੱਕ ਗੱਲਬਾਤ ਦਾ ਮਾਹੌਲ ਬਣਾ ਲੈਂਦੇ ਤੇ ਫਿਰ ਇਹ ਸਾਰਾ ਕੁਝ ਨਾ ਹੁੰਦਾ। ਸੋ ਇੱਥੇ ਗੱਲ ਇਹ ਆ ਕਿ ਸਰਕਾਰ ਜਿਹੜੀ ਆ ਉਹ ਬਹੁਤ ਕੁਝ ਕਰਦੀ ਆ, ਭਾਵੇਂ ਉਹ ਯੋਜਨਾਵਾਂ ਠੀਕ ਹੁੰਦੀਆਂ ਹੋਣ, ਫਿਰ ਵੀ ਉਹਨਾਂ ਦਾ ਜਿਹੜਾ ਰਵੱਈਆ ਆ ਉਹ ਇੱਕ ਤਾਕਤਵਰ ਧਿਰ ਵਾਲਾ, ਦੂਜੀ ਧਿਰ ਨੂੰ ਦਬਾਉਣ ਵਾਲਾ ਹੀ ਲੱਗਦਾ ਜੀ। ਤੇ ਦੂਸਰੀ ਗੱਲ ਇਹ ਵੀ ਆ ਕਿ ਇਹੀ ਪ੍ਰੈਸ ਕਾਨਫਰੰਸ ਉਸ ਫੋਰਸ ਵੱਲੋਂ ਕੀਤੀ ਜਾਂਦੀ ਆ ਜਿਨ੍ਹਾਂ ਨੂੰ ਇਹ ਦਾਇਰਾ ਵਧਾਉਣ ਦੀ ਗੱਲ ਜਿਹੜੀ ਆ ਕੀਤੀ ਜਾਣੀ ਆ। ਜੇਕਰ ਇਹੀ ਪ੍ਰੈਸ ਕਾਨਫਰੰਸ ਉਹ ਪਹਿਲਾਂ ਕਰ ਦਿੰਦੇ ਜਿਸ ਦਿਨ ਇਹ ਸਾਰਾ ਮਸਲਾ ਹੱਲ ਹੋਇਆ ਸੀ, ਜਾਂ ਜਿਸ ਦਿਨ ਇਹ ਸਾਰੇ ਮਸਲੇ ਦਾ ਰੌਲਾ ਸ਼ੁਰੂ ਹੋਇਆ ਸੀ, ਜਿਸ ਦਿਨ ਇਹ ਆਰਡੀਨੈਂਸ ਪਾਸ ਕੀਤਾ ਗਿਆ ਸੀ, ਤਦ ਵੀ ਜਿਹੜੀ ਸਥਿਤੀ ਆ ਉਹ ਕਿਤੇ ਹੋਰ ਹੋਣੀ ਸੀ। ਤੇ ਦੂਸਰੇ ਪਾਸੇ ਜਿਹੜੀਆਂ ਸੰਬੰਧਿਤ ਧਿਰਾਂ ਆ, ਚਾਹੇ ਉਹ ਪੰਜਾਬ ਸਰਕਾਰ ਆ, ਚਾਹੇ ਉਹ ਪੰਜਾਬ ਦੀਆਂ ਹਿਤੈਸ਼ੀ ਪਾਰਟੀਆਂ ਨੇ, ਇਹਨਾਂ ਨੇ ਵੀ ਇੰਨਾ ਜਿਹੜਾ ਰੌਲਾ ਪਾਇਆ, ਵਿਧਾਨ ਸਭਾ ਦਾ ਸੈਸ਼ਨ ਵੀ ਵਿਸ਼ੇਸ਼ ਬੁਲਾਇਆ, ਬਹੁਤ ਸਾਰੇ ਵਿਰੋਧ ਪ੍ਰਦਰਸ਼ਨ ਵੀ ਹੋਏ, ਤੇ ਉਹਦੇ ਲਈ ਵੀ ਇਹਨਾਂ ਨੂੰ ਵੀ ਚਾਹੀਦਾ ਸੀਗੇ ਉਹ ਸਾਰੇ ਕਾਨੂੰਨ ਨੂੰ ਇੱਕ ਵਾਰ ਦੇਖ ਲੈਂਦੇ, ਘੋਖ ਲੈਂਦੇ ਜਾਂ ਪੜ੍ਹ ਲੈਂਦੇ। ਫਿਰ ਵੀ ਜੇਕਰ ਉਹਨਾਂ ਦਾ ਦਾਇਰਾ ਵਧਾਉਣਾ ਗੈਰ ਵਾਜਬ ਆ ਜਾਂ ਵੱਧ ਘੱਟ ਆ, ਤੇ ਉਹਦੇ ਲਈ ਗੱਲਬਾਤ ਜਿਹੜੀ ਆ ਉਹ ਹੋਣੀ ਚਾਹੀਦੀ ਆ। ਇਸ ਵਿਸ਼ੇ ਨੂੰ ਹੋਰ ਵੀ ਵਿਸ਼ਲੇਸ਼ਣ ਦੇ ਵਿੱਚ ਰੱਖਿਆ ਜਾ ਸਕਦਾ, ਪਰ ਅੱਜ ਤੱਕ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਉਹਦੇ ਮੁਤਾਬਕ ਤਾਂ ਇਹੀ ਆ ਕਿ ਸਿਰਫ ਔਰ ਸਿਰਫ ਉਹਨਾਂ ਦੀ ਜਿਹੜੀ ਗਸ਼ਤ ਦਾ ਦਾਇਰਾ ਵਧਿਆ ਆ, ਉਹਨਾਂ ਦੇ ਅਧਿਕਾਰਾਂ ਦੇ ਵਿੱਚ ਕੋਈ ਹੋਰ ਵੱਡਾ ਦਾਅਵਾ ਜਿਹੜਾ ਆ ਉਹ ਨਹੀਂ ਹੈ ਜਿਹਦੇ ਅਧੀਨ ਉਹ ਪੁਲਿਸ ਦੀ ਕਾਰਜਕਾਰੀ ਦੇ ਉੱਤੇ ਕੋਈ ਪ੍ਰਭਾਵ ਪਾਉਣਗੇ ਜਾਂ ਕੋਈ ਅਜਿਹੀ ਕਾਰਵਾਈ ਕਰ ਸਕਣਗੇ ਜਿਹਦੇ ਨਾਲ ਸਟੇਟ ਦੇ ਅਧਿਕਾਰਾਂ ਦਾ ਕੋਈ ਨੁਕਸਾਨ ਹੋਵੇਗਾ। ਜੀ ਸ਼ਰਮਾ ਜੀ, ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਂਝ ਤਾਂ ਉਦੋਂ ਤੋਂ ਹੀ ਸੁਰਖੀਆਂ ਵਿੱਚ ਆਏ ਹੋਏ ਨੇ ਜਦੋਂ ਦੇ ਉਹ ਮੁੱਖ ਮੰਤਰੀ ਬਣੇ ਨੇ, ਪਰ ਬੀਤੇ ਕੱਲ ਤੋਂ ਉਹ ਇੱਕ ਵਾਰ ਫਿਰ ਤੋਂ ਕਾਫੀ ਜ਼ਿਆਦਾ ਚਰਚਾ ਵਿੱਚ ਆ ਗਏ ਨੇ, ਕਿਉਂਕਿ ਇੱਕ ਤਾਂ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਹੀ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਕੋਟਾ ਦਿੱਤਾ ਜਾਏਗਾ। ਤੇ ਨਾਲ ਦੀ ਨਾਲ ਸ਼ਰਮਾ ਜੀ, ਬੜੀ ਇੱਕ ਹੋਰ ਮਜ਼ੇਦਾਰ ਖਬਰ ਹੈ ਕਿ ਪਰਨੀਤ ਕੌਰ ਦੇ ਜਿਹੜੇ ਹਸਬੈਂਡ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਵੱਲੋਂ ਤਾਂ ਕਾਂਗਰਸ ਛੱਡ ਦਿੱਤੀ ਗਈ ਹੈ, ਪਰ ਪਰਨੀਤ ਕੌਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੀਤੇ ਕੱਲ ਮਿਲ ਕੇ ਆਏ ਨੇ, ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਜਿਹੜੀ ਉਹ ਛਿੜੀ ਹੋਈ ਹੈ। ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਤੁਸੀਂ ਨਾ ਪੱਤਰਕਾਰਤਾ ਵਾਲੇ ਲੋਕ ਆ, ਇਹ ਬੜੇ ਸ਼ਬਦਾਂ ਦਾ ਇਸਤੇਮਾਲ ਬੜੇ ਤਰੀਕੇ ਨਾਲ ਕਰਦੇ ਨੇ ਜੀ। ਪਹਿਲੀ ਵਾਰ ਮੈਨੂੰ ਲੱਗਦਾ ਇਦਾਂ ਹੋਇਆ ਹੋਣਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਨੇ ਪਰਨੀਤ ਕੌਰ ਦੇ ਹਸਬੈਂਡ ਕਹਿ ਕੇ ਤਾਰਫ ਕਰਾਇਆ। ਜੀ, ਗੱਲ ਤੁਹਾਡੀ ਠੀਕ ਆ। ਬੀਬੀ ਜੀ ਹੁਣ MP ਨੇ ਤੇ ਕੈਪਟਨ ਸਾਹਿਬ MLA ਨੇ, ਉਹਦਾ ਛੋਟਾ, ਤੇ ਦੂਸਰਾ ਉਦਾਂ ਵੀ ਉਹ ਕਦੇ ਵੀ ਪਰਨੀਤ ਕੌਰ ਦੇ ਹਸਬੈਂਡ ਵਜੋਂ ਜਾਣੇ ਨਹੀਂ ਜਾਂਦੇ, ਕਿਉਂਕਿ ਉਹਨਾਂ ਦਾ ਆਪਣਾ ਉਹਦਾ ਵੱਡਾ ਸੀ। ਤੇ ਦੂਸਰੀਆਂ ਕੁਝ ਘਟਨਾਵਾਂ ਵੀ ਆ ਜਿਹੜੀਆਂ ਤੁਸੀਂ ਲੁਕੇ ਛੁਪੇ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਦੇ ਆ। ਸਮਝ ਤਾਂ ਮੈਂ ਵੀ ਆ ਤੇ ਸਮਝਦੇ ਦਰਸ਼ਕ ਵੀ ਨੇ ਇਹਨਾਂ ਗੱਲਾਂ ਨੂੰ। ਜੀ, ਜਿਹੜੀ ਤੁਹਾਡੀ ਇਹ ਖਬਰ ਆ ਕਿ ਉਹਨਾਂ ਨੇ ਚਰਨਜੀਤ ਚੰਨੀ ਮੁੱਖ ਮੰਤਰੀ ਨਾਲ ਐਜ਼ ਪੰਜਾਬ ਦੇ MP ਇੱਕ ਮੀਟਿੰਗ ਕੀਤੀ ਆ, ਤੇ ਪੰਜਾਬ ਮਾਮਲਿਆਂ ਬਾਰੇ ਰਾਜਕੁਮਾਰ ਵੇਰਕਾ ਜੀ ਕਈ ਵਾਰ ਬੋਲਦੇ ਨਜ਼ਰ ਆਉਂਦੇ ਨੇ ਜੀ। ਤੇ ਪੰਜਾਬ ਦੇ ਮਾਮਲਿਆਂ ਤੇ ਉਹੀ ਇਕੱਲੇ ਨਹੀਂ, ਬਹੁਤ ਸਾਰੇ ਲੀਡਰ ਪੰਜਾਬ ਕਾਂਗਰਸ ਦੇ, ਚਾਹੇ ਉਹ MP ਆ, ਚਾਹੇ ਉਹ MLA ਆ, ਚਾਹੇ ਉਹ ਕੁਝ ਹੈਗੇ ਨੇ, ਚਾਹੇ ਉਹ ਕੈਬਨਿਟ 'ਚ ਨੇ, ਪਹਿਲੀ ਕਤਾਰ ਦੇ ਜਾਂ ਦੂਜੀ ਕਤਾਰ ਦੇ ਲੀਡਰ ਨੇ, ਬਹੁਤੇ ਲੋਕ ਇਹੀ ਚਾਹੁੰਦੇ ਨੇ ਕਿ ਕੈਪਟਨ ਸਾਹਿਬ ਨੂੰ ਕਾਂਗਰਸ ਦੇ ਵਿੱਚ ਹੀ ਰਹਿਣਾ ਚਾਹੀਦਾ। ਉਹ ਕੈਪਟਨ ਸਾਹਿਬ ਨੂੰ 4 ਸਾਲ ਜਾਂ 5 ਸਾਲ ਪਹਿਲਾਂ ਵਾਲਾ ਕਪਤਾਨ ਦੇਖਦੇ ਨੇ ਜਿਹੜਾ ਖੂੰਡਾ ਫੜ ਕੇ ਸਟੇਜ ਦੇ ਉੱਤੇ ਬਾਦਲਾਂ ਨੂੰ ਦਬ ਕੇ ਮਾਰਦਾ ਸੀ, ਤੇ ਜਿਹਨੇ ਪਿਛਲੀ ਵਾਰ ਦੀਆਂ ਚੋਣਾਂ ਆਪਣੇ ਇਕੱਲੇ ਬੂਤੇ ਦੇ ਉੱਤੇ ਜਿੱਤੀਆਂ ਸੀ। 17 ਦੀਆਂ ਚੋਣਾਂ ਜਿਹੜਾ ਲੋਕਾਂ ਨੇ ਦੇਖੀਆਂ ਜਾਂ ਅਸੀਂ ਜਿੱਦਾਂ ਦੇਖੀਆਂ ਸੀ, ਤੇ ਬਹੁਤੀ ਵਾਰ ਇੱਥੇ
ਜਿਹੜੇ ਫਲੈਕਸ ਬੋਰਡ ਲੱਗਦੇ ਸੀ ਉੱਥੇ ਹਾਈ ਕਮਾਂਡ ਦੀਆਂ ਫੋਟੋਆਂ ਵੀ ਨਹੀਂ ਲੱਗੀਆਂ ਸੀ। ਤੇ ਰਾਹੁਲ ਗਾਂਧੀ ਨੂੰ ਤਾਂ ਇਹ ਵੀ ਕਿਹਾ ਜਾਂਦਾ ਸੀ ਪੰਜਾਬ ਕਾਂਗਰਸ ਵੱਲੋਂ ਕਿ ਤੁਸੀਂ ਇੱਥੇ ਨਾ ਹੀ ਆਓ ਤੇ ਠੀਕ ਹੈ। ਪਰ ਸਮਾਂ ਬਦਲਦਾ, ਰੁਤਬੇ ਬਦਲਦੇ, ਉੱਪਰ ਥੱਲੇ ਗ੍ਰਾਫ, ECG ਦੇ ਕਦੋਂ ਦਿਲ ਧੜਕਦਾ ਤੇ ਕਦੋਂ ਚੁੱਪ ਹੋ ਜਾਂਦਾ ਪਤਾ ਨਹੀਂ ਲੱਗਦਾ। ਹੁਣ ਵੀ ਕਾਂਗਰਸ ਦੇ ਕੁਝ ਲੋਕ ਚਾਹੁੰਦੇ ਨੇ ਕਿ ਕੈਪਟਨ ਸਾਹਿਬ ਵਾਪਸੀ ਕਰ ਲੈਣ, ਪਰ ਉਹਨਾਂ ਨੇ ਅੱਜ ਫੇਰ ਕਿਹਾ ਕਿ ਮੇਰੀ ਕਾਂਗਰਸ ਵਿੱਚ ਵਾਪਸੀ ਜਿਹੜੀ ਆ ਉਹ ਨਹੀਂ ਹੋ ਸਕਦੀ। ਬਿਲਕੁਲ। ਜਿਸ ਦਿਨ ਉਹਨਾਂ ਨੇ ਅਸਤੀਫਾ ਦਿੱਤਾ ਸੀ, ਉਹਨਾਂ ਦੇ ਪੁੱਤਰ ਨੇ ਟਵੀਟ ਕੀਤਾ ਸੀ, ਉਸ ਦਿਨ ਵੀ ਇਸ ਗੱਲ ਦੀ ਰੌਲਾ ਜਿਹੜਾ ਸੀਗਾ ਕਿ ਕੈਪਟਨ ਸਾਹਿਬ ਨੇ ਤੇ ਅਸਤੀਫਾ ਦੇ ਦਿੱਤਾ, ਕਿ ਮਹਾਰਾਣੀ ਪ੍ਰਨੀਤ ਕੌਰ ਵੀ ਕਾਂਗਰਸ ਛੱਡਣਗੇ ਜਾਂ ਫਿਰ ਉਹ ਆਪਣੀ ਐਮਪੀਸ਼ਿਪ ਜਿਹੜੀ ਆ ਉਹਦੇ ਵਿੱਚ ਉਹਨੂੰ ਜਾਰੀ ਰੱਖਣਗੇ। ਤੇ ਕੱਲ ਉਹਨਾਂ ਨੇ ਚਰਨਜੀਤ ਚੰਨੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ, ਪਰ ਮੁਲਾਕਾਤ ਤੋਂ ਬਾਅਦ ਦੋਨੋਂ ਪਾਸਿਓਂ ਕਿਤੇ ਕੋਈ ਜਵਾਬ ਜਿਹੜਾ ਆ ਉਹ ਨਹੀਂ ਆਇਆ। ਕਿਤਿਓਂ ਕੋਈ ਪ੍ਰੈਸ ਨੋਟ ਜਾਂ ਕੋਈ ਗੱਲ ਦੱਸਣ ਤੋਂ ਸਾਰਿਆਂ ਨੇ ਗੁਰੇਜ਼ ਹੀ ਕੀਤਾ। ਬਿਲਕੁਲ। ਨਾਲ ਦੀ ਨਾਲ ਪਟਿਆਲੇ ਦੇ ਵਿੱਚ ਦੋ ਧੜੇ ਜ਼ਰੂਰ ਕਾਂਗਰਸ ਦੇ ਬਣੇ ਹੋਏ ਨਜ਼ਰ ਆਏ। ਕੈਪਟਨ ਅਮਰਿੰਦਰ ਸਿੰਘ ਵਾਲੇ ਪਾਸੇ ਕੁਝ ਕਾਉਂਸਲਰ ਨਜ਼ਰ ਆਏ, ਜਿਹਦੇ ਵਿੱਚ ਮੇਅਰ ਵੀ ਪਟਿਆਲੇ ਤੋਂ ਨੇ, ਤੇ ਦੂਜੇ ਪਾਸੇ ਬ੍ਰਹਮ ਮਹਿੰਦਰਾ ਨੇ ਵੀ ਕੁਝ ਕਾਉਂਸਲਰ ਲੈ ਕੇ ਪਟਿਆਲੇ ਹੀ ਇੱਕ ਮਤਾ ਪੇਸ਼ ਕਰਨ ਦੀ ਗੱਲ ਵੀ ਕੀਤੀ, ਜਿਹਦੇ 'ਚ ਉਹਨਾਂ ਨੇ ਕਾਉਂਸਲਰ ਜਿਹੜੀ ਹੈਗੀ ਨਗਰ ਨਿਗਮ ਆ ਉਹਦੇ ਵਿੱਚੋਂ ਮੇਅਰ ਨੂੰ ਹਟਾ ਕੇ ਕੈਪਟਨ ਸਾਹਿਬ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਕੀਤੇ ਹੋਣ ਦੀ ਗੱਲ ਜਿਹੜੀ ਆ ਉਹ ਕੀਤੀ ਆ। ਸੋ ਦੇਖਣਾ ਬਣੇਗਾ ਆਉਣ ਵਾਲੇ ਦਿਨਾਂ ਵਿੱਚ ਕਿ ਪ੍ਰਨੀਤ ਕੌਰ ਰਹਿੰਦੇ ਨੇ ਜਾਂ ਘਰ ਵਾਲੇ ਪਾਸੇ ਨੂੰ ਜਾਂਦੇ ਨੇ ਜਾਂ ਸਰਕਾਰ ਵਾਲੇ ਪਾਸੇ ਦੇ ਵਿੱਚ ਰਹਿੰਦੇ ਨੇ। ਪਰ ਹਾਲ ਦੀ ਘੜੀ ਪਟਿਆਲੇ ਦੀ ਸਿਆਸਤ ਜਿਹੜੀ ਆ ਉਹ ਇੱਕ ਵਾਰ ਫਿਰ ਗਰਮ ਆ ਤੇ ਕਾਫੀ ਦਿਨਾਂ ਤੋਂ ਸੁਰਖੀਆਂ ਤੋਂ ਬਾਹਰ ਸੀ, ਤੇ ਕੈਪਟਨ ਸਾਹਿਬ ਦੀ ਚਰਚਾ ਜਿਹੜੀ ਆ ਤੁਹਾਨੂੰ ਫਿਰ ਕਰਨੀ ਪਈ ਜੀ। ਜੇਕਰ ਚਰਨਜੀਤ ਚੰਨੀ ਜੀ ਦੀ ਗੱਲ ਕਰੀਏ ਤੇ ਬੀਤੇ ਦਿਨੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਦੀ ਜਿਹੜਾ ਇੱਕ ਦੌਰ ਚੱਲਿਆ ਤੇ ਜਿਹੜਾ ਕਿ ਪ੍ਰਾਈਵੇਟ ਕੰਪਨੀ ਵੱਲੋਂ ਉਹ ਸਾਰੀ ਭਰਤੀ ਦੀ ਪ੍ਰਕਿਰਿਆ ਪੂਰੀ ਕੀਤੀ ਗਈ, ਤੇ ਰੌਲਾ ਉਹਦੇ 'ਚ ਸੀਗਾ ਕਿ ਕੁਝ ਕੁ ਸੈਂਕੜੇ ਲੋਕ ਜਿਹੜੇ ਨੇ ਉਹ ਗੈਰ ਪੰਜਾਬੀ ਵੀ ਉਹਦੇ 'ਚ ਭਰਤੀ ਹੋਏ ਨੇ। ਤੇ ਕੱਲ ਕੈਬਨਿਟ ਦੇ ਵਿੱਚ ਇਹਨਾਂ ਨੇ ਮੀਟਿੰਗ ਦੇ ਵਿੱਚ ਜਾਂ ਆਪਸੀ ਮੀਟਿੰਗ ਦੇ ਵਿੱਚ ਇੱਕ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਵੀ ਹਰਿਆਣੇ ਵਾਂਗ ਇੱਕ ਕਾਨੂੰਨ ਲੈ ਕੇ ਆਵਾਂਗੇ। ਹਰਿਆਣੇ ਨੇ 75% ਤੇ 25% ਦਾ ਸ਼ਾਇਦ ਕੋਈ ਕਾਨੂੰਨ ਇੱਕ ਬਣਾਇਆ, ਸ਼ਾਇਦ 2-4% ਅੱਗੇ ਪਿੱਛੇ ਹੋਰ ਮੇਰੀ ਜਾਣਕਾਰੀ ਦੇ ਮੁਤਾਬਕ। ਉਹਦੇ ਨਾਲ ਉਹਨਾਂ ਨੇ ਕਿਹਾ ਕਿ ਸਟੇਟ ਡੋਮਿਸਾਈਲ ਜਿਹੜੇ ਨੇ, ਸਟੇਟ ਦੇ ਲੋਕ ਨੇ, ਰਾਜ ਦੇ ਲੋਕ ਨੇ, ਉਹਨਾਂ ਨੂੰ ਸਰਕਾਰੀ ਐਜ਼ ਵੈਲ ਐਜ਼ ਪ੍ਰਾਈਵੇਟ ਦੋਨਾਂ ਨੌਕਰੀਆਂ ਦੇ ਵਿੱਚ ਜਿਹੜੀ ਆ ਉਹ ਤਰਜੀਹ ਦਿੱਤੀ ਜਾਵੇਗੀ। ਬਹੁਤ ਸਾਰੇ ਅਜਿਹੇ ਡਿਪਾਰਟਮੈਂਟ, ਬਹੁਤ ਸਾਰੇ ਅਜਿਹੇ ਫੀਲਡ ਪ੍ਰਾਈਵੇਟ ਤੇ ਸਰਕਾਰੀ ਦੋਨਾਂ ਧਿਰਾਂ 'ਚ ਹਰਪ੍ਰੀਤ ਜੀ ਸਾਨੂੰ ਦੇਖਣ ਨੂੰ ਮਿਲਣਗੇ ਜਿੱਥੇ ਬਹੁਤ ਸਾਰੇ ਗੈਰ ਪੰਜਾਬੀ ਲੋਕ ਨੌਕਰੀ ਜਿਹੜੀ ਆ ਉਹ ਕਰਦੇ ਨੇ। ਇੱਕ ਬਚਾਅ ਵਾਲੀ ਗੱਲ ਵੀ ਆ, ਤੇ ਜੇ ਦੂਜੇ ਪਾਸਿਓਂ ਦੇਖੀਏ ਤੇ ਬਹੁਤ ਸਾਰੇ ਪੰਜਾਬੀ ਦੂਸਰੇ ਸਟੇਟਾਂ 'ਚ ਜਾ ਕੇ ਵੀ ਨੌਕਰੀਆਂ ਜਿਹੜੀਆਂ ਉਹ ਕਰਦੇ ਨੇ। ਪਰ ਫਿਰ ਵੀ ਪਹਿਲ ਜਿਹੜੀ ਆ ਉਹ ਸਟੇਟ ਦੇ ਲੋਕਾਂ ਨੂੰ ਹੀ ਹੋਣੀ ਚਾਹੀਦੀ ਆ, ਇਹਦੇ ਵਿੱਚ ਕੋਈ ਅਤਕਥਨੀ ਨਹੀਂ। ਪਰ ਹਾਲੇ ਵੀ ਇਹ ਜਿਹੜਾ ਬਿਆਨ ਆ ਇਹ ਕਦੋਂ ਪੂਰਾ ਉਤਰਦਾ, ਕਿੱਥੇ ਤੱਕ ਪਹੁੰਚਦਾ, ਸਰਕਾਰ ਆਉਂਦਿਆਂ ਇਹਦੇ 'ਚ ਕੁਝ ਹੁੰਦਾ ਜਾਂ ਸਿਰਫ ਇਹ ਬਿਆਨ ਦੀ ਹੀ ਗੱਲ ਆ, ਇਹ ਆਉਣ ਵਾਲੇ ਦਿਨਾਂ ਵਿੱਚ ਦੇਖਣ ਤੋਂ ਪਤਾ ਲੱਗੇਗਾ। ਜੀ ਸ਼ਰਮਾ ਜੀ, ਚੰਨੀ ਸਾਹਿਬ ਨੇ ਤਾਂ 2022 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਐਲਾਨ ਤੇ ਬਿਆਨ ਤਾਂ ਦਿੱਤੇ ਹੀ ਨੇ। ਤੇ ਜੇ ਅਸੀਂ ਗੱਲ ਕਰੀਏ ਕਿ 2022 ਦੀਆਂ ਚੋਣਾਂ ਜਿਹੜੀਆਂ ਸਿਰ ਤੇ ਨੇ ਤੇ ਉਹਨੂੰ ਲੈ ਕੇ ਹੁਣ ਇਸ ਵੇਲੇ ਲਗਭਗ ਹਰ ਬੰਦਾ ਚਰਚਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਫਿਲਮੀ ਕਲਾਕਾਰ ਸੋਨੂ ਸੂਦ ਜਿਹੜੇ ਕਿ ਕੋਵਿਡ ਦੇ ਸਮੇਂ ਵਿੱਚ ਚਰਚਾ ਵਿੱਚ ਆਏ ਸੀ, ਅੱਜ ਕੱਲ੍ਹ ਉਹ ਫਿਰ ਅਸੀਂ ਕਹੀਏ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਚਮਕ ਰਹੇ ਨੇ। ਉਹਨਾਂ ਤੇ ਇੱਕ ਵਿਸ਼ਵਾਸ ਜਤਾਇਆ ਜਾ ਰਿਹਾ ਸੀ ਕਿ ਉਹ ਸ਼ਾਇਦ ਕਿਧਰੇ ਨਾ ਕਿਧਰੇ ਜਾ ਕੇ ਪੰਜਾਬ ਵਿੱਚ ਵੀ ਨੁਮਾਇੰਦਗੀ ਕਰਨਗੇ ਕਿਸੇ ਨਾ ਕਿਸੇ ਪਾਰਟੀ ਦੀ, ਪਰ ਉਹਨਾਂ ਨੇ ਇਸ ਤੋਂ ਇਨਕਾਰ ਕੀਤਾ। ਪਰ ਉਹਨਾਂ ਦੀ ਜਿਹੜੀ ਭੈਣ ਹੈ ਉਹਨੂੰ ਉਹਨਾਂ ਨੇ ਇਹਨਾਂ ਚੋਣਾਂ ਦੇ ਵਿੱਚ ਉਤਾਰਨ ਦਾ ਫੈਸਲਾ ਲਿਆ ਹੈ। ਕੀ ਕਹਿਣਾ ਚਾਹੋਗੇ? ਬਿਲਕੁਲ ਹਰਪ੍ਰੀਤ ਜੀ, ਤੁਸੀਂ ਚੰਨੀ ਸਾਹਿਬ ਦੀ ਗੱਲ ਕੀਤੀ ਤੇ ਹੁਣ ਅਗਲੀ ਜਿਹੜੀ ਸਵਾਲ ਆ ਉਹ ਬਾਲੀਵੁੱਡ ਦੇ ਵਿੱਚ ਕੋਵਿਡ ਦੇ ਦੌਰਾਨ ਚਰਚਾ 'ਚ ਆਏ ਸੋਨੂ ਸੂਦ ਨੂੰ ਲੈ ਕੇ ਆ ਜੀ। ਜੇਕਰ ਸੋਨੂ ਸੂਦ ਦੀ ਅਸੀਂ ਗੱਲ ਕਰੀਏ ਤੇ ਉਹ ਬਹੁਤ ਚਰਚਾ ਦੇ ਵਿੱਚ ਆਏ ਜਦੋਂ ਉਹਨਾਂ ਨੇ ਕੋਵਿਡ ਦੇ ਦੌਰਾਨ ਬਹੁਤ ਲੋਕਾਂ ਦੀ ਆਪਣੇ ਘਰ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਜੀ। ਤੇ ਉਸ ਤੋਂ ਬਾਅਦ ਫਿਰ ਸੋਨੂ ਸੂਦ ਦੀ ਚਰਚਾ ਇੱਕ ਦੋ ਵਾਰ ਹੋਈ ਜਦੋਂ ਦਿੱਲੀ ਜਾ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕੁਝ ਪ੍ਰੋਜੈਕਟਸ ਦੇ ਵਿੱਚ ਉਹਨਾਂ ਦੀ ਮਦਦ ਕਰਨ ਦੀ ਗੱਲ ਕੀਤੀ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇਲੈਕਸ਼ਨ ਦੇ ਵਿੱਚ ਭਾਵੇਂ ਨਾ ਆਵਾਂ ਪਰ ਮੈਂ ਆਮ ਆਦਮੀ ਪਾਰਟੀ ਦੇ ਕੁਝ ਚੰਗੇ ਕੰਮਾਂ ਦੇ ਵਿੱਚ ਸਿਰਫ ਇਹਨਾਂ ਦੇ ਨਾਲ ਆ ਜੀ। ਪਰ ਜਿੱਦਾਂ ਅਸੀਂ ਜਾਣਦੇ ਹਾਂ ਕਿ ਬਹੁਤ ਹੀ ਪਹਿਲਾਂ ਇੱਕ ਰਾਜਨੀਤੀ ਦੇ ਵਿਗਿਆਨੀ ਨੇ ਕਿਹਾ ਸੀ ਕਿ ਤੁਸੀਂ ਰਾਜਨੀਤੀ 'ਚ ਰੁਚੀ ਲਓ ਚਾਹੇ ਨਾ ਲਓ, ਰਾਜਨੀਤੀ ਤੁਹਾਡੇ ਵਿੱਚ ਰੁਚੀ ਜ਼ਰੂਰ ਲੈਂਦੀ ਆ ਜੀ। ਤੇ ਇਸ ਗੱਲ ਦੀਆਂ ਚਰਚਾਵਾਂ ਬਹੁਤ ਲੰਬੇ ਸਮੇਂ ਤੋਂ ਹੋ ਰਹੀਆਂ ਸੀ। ਕਈ ਵਾਰ ਇਹ ਚਰਚਾ ਬੀਤੇ ਸਾਲਾਂ ਦੇ ਵਿੱਚ ਹੋਈ ਆ ਕਿ ਜੇ ਸੋਨੂ ਸੂਦ ਨਾ ਵੀ ਆ ਪਾਏ ਤੇ ਮੋਗੇ ਤੋਂ ਜਿਹੜਾ ਉਹਨਾਂ ਦਾ ਪਰਿਵਾਰ ਆ ਉਹ ਰਾਜਨੀਤੀ ਦੇ ਵਿੱਚ ਆਉਣ ਲਈ ਜ਼ਰੂਰ ਇੱਛੁਕ ਰਹੇਗਾ।
ਚਰਚਾ ਸੀ ਕਿ ਕੇਜਰੀਵਾਲ ਸਾਹਿਬ ਆ ਰਹੇ ਨੇ ਤੇ ਕੇਜਰੀਵਾਲ ਸਾਹਿਬ ਨਾਲ ਸੋਨੂ ਸੂਦ ਦੀ ਗੱਲ ਹੋ ਗਈ ਆ, ਉਹਨਾਂ ਨੇ ਜੁਆਇਨ ਕਰ ਲੈਣਾ ਹੈ, ਉਹਨਾਂ ਦੀ ਭੈਣ ਨੇ ਇਲੈਕਸ਼ਨ ਲੜਨੀ ਆ। ਪਰ ਕੇਜਰੀਵਾਲ ਸਾਹਿਬ ਗੁਜਰਾਤ ਤੋਂ ਤਾਂ ਨਹੀਂ ਹਨ, ਪਰ ਉਹਨਾਂ ਦਾ ਜਿਹੜਾ ਸਿਆਸੀ ਸਮੀਕਰਨ ਆ ਉਹ ਗੁਜਰਾਤੀਆਂ ਵਾਲੇ ਹੀ ਨੇ। ਜਿੱਦਾਂ ਮੋਦੀ ਸਾਹਿਬ ਇੱਕ ਵਾਰ ਕਹਿੰਦੇ ਸੀ ਕਿ ਮੈਂ ਗੁਜਰਾਤੀ ਹਾਂ, ਮੇਰੇ ਕੋਲੋਂ ਕੋਈ ਕੁਝ ਲੈ ਨਹੀਂ ਸਕਦਾ, ਮੈਨੂੰ ਕੋਈ ਦੇ ਕੇ ਹੀ ਜਾਊਗਾ ਕੁਝ ਜੀ। ਤੇ ਕੇਜਰੀਵਾਲ ਸਾਹਿਬ ਦਾ ਵੀ ਜਿਹੜਾ ਸਰੋਕਾਰ ਆ, ਜਿਹੜੀ ਰਾਜਨੀਤੀ ਸੌਦੇਬਾਜ਼ੀ ਆ, ਉਹਦੇ ਵਿੱਚ ਉਹ ਬਹੁਤ ਵਾਰ ਆਪਣਾ ਪਾਸਾ ਹੀ ਦੇਖ ਕੇ ਚੱਲਦੇ ਨੇ। ਸਟੇਟ ਵਾਲੇ ਪਾਸੇ ਨੂੰ ਉਹ ਘੱਟ ਦੇਖਦੇ ਨੇ। ਤੀਜੀ ਵਾਰ ਉਹ ਇਲੈਕਸ਼ਨ ਲੜਨ ਜਾ ਰਹੇ ਨੇ, ਪਰ ਪੰਜਾਬ ਦੇ ਵਿੱਚ ਉਹਨਾਂ ਦਾ ਧਿਆਨ ਇਸੇ ਗੱਲ ਤੇ ਆ ਕਿ ਕਿਸੇ ਵੀ ਵੱਡੀ ਤਾਕਤਵਰ ਹਸਤੀ ਨੂੰ ਨਾ ਲੈ ਕੇ ਆਵਾਂ ਜਿਹੜੀ ਮੇਰੇ ਤੋਂ ਵੀ ਵੱਡੀ ਹੋ ਜਾਏ। ਮੈਨੂੰ ਇਦਾਂ ਲੱਗਦਾ ਜੀ। ਪਿਛਲੀ ਵਾਰ ਨਵਜੋਤ ਸਿੰਘ ਸਿੱਧੂ ਹੁਣ ਆਮ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਦੇ ਨੇ ਕਿ ਜਦੋਂ ਮੈਂ ਇਹਨਾਂ ਨੂੰ ਮਿਲਣ ਗਿਆ ਸੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਤੁਹਾਡੀ ਪਤਨੀ ਨੂੰ ਅਸੀਂ ਮਿਨਿਸਟਰ ਬਣਾ ਦਿਆਂਗੇ, ਤੁਸੀਂ ਆਪਣਾ ਕੰਮ ਕਰਦੇ ਰਹੋ। ਤੇ ਮੈਨੂੰ ਲੱਗਦਾ ਸੋਨੂ ਸੂਦ ਨੂੰ ਵੀ ਇਹਨਾਂ ਨੇ ਇਹੀ ਕਿਹਾ ਕਿ ਤੁਹਾਡੀ ਭੈਣ ਨੂੰ ਐਮਐਲਏ ਬਣਾ ਦਿੰਦੇ ਆ ਤੇ ਤੁਸੀਂ ਆਪਣਾ ਕੰਮ ਕਰਦੇ ਰਹੋ, ਤੁਹਾਡਾ ਤਾਂ ਹਲੇ ਕੈਰੀਅਰ ਬਹੁਤ ਲੰਬਾ ਆ। ਜਾਂ ਇਹ ਕਿਹਾ ਹੋ ਸਕਦਾ ਕਿ ਤੁਸੀਂ ਆ ਜਾਓ, ਤੁਹਾਨੂੰ ਅਸੀਂ ਪਾਰਟੀ ਜੁਆਇਨ ਕਰਾਉਨੇ ਆ, ਫੇਰ ਕੁਝ ਦਿੰਨੇ ਆ। ਤੇ ਉਹ ਸ਼ਾਇਦ ਉਹ ਚਾਹੁੰਦੇ ਹੋਣਗੇ ਕਿ ਮੈਂ ਹਲੇ ਆਪਣੇ ਕੈਰੀਅਰ ਤੇ ਕੰਮ ਕਰਨਾ ਜੀ। ਦੂਸਰੇ ਪਾਸੇ ਇਹ ਵੀ ਘਟਨਾਵਾਂ ਜਾਂ ਇਹ ਵੀ ਸੂਤਰਾਂ ਤੋਂ, ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ, ਖਬਰਾਂ ਆਉਂਦੀਆਂ ਕਿ ਸੋਨੂ ਸੂਦ ਇਹ ਚਾਹੁੰਦੇ ਨੇ ਕਿ ਜੇਕਰ ਉਹ ਰਾਜਨੀਤੀ ਜੁਆਇਨ ਕਰਨ ਤਾਂ ਉਹ ਕਿਸੇ ਵੱਡੇ ਰਾਸ਼ਟਰੀ ਦਲ ਨਾਲ ਹੀ ਕਰਨ, ਆਮ ਆਦਮੀ ਪਾਰਟੀ ਨਾਲ ਉਹ ਸ਼ਾਇਦ ਨਾ ਕਰਨ। ਹੁਣ ਕੱਲ ਦੀਆਂ ਹੀ ਇਹ ਕਨਸੋਆਂ ਜਿਹੜੀਆਂ ਨੇ ਕਿ ਸੋਨੂ ਸੂਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਚੋਂ ਕਾਂਗਰਸ ਜੁਆਇਨ ਕਰਨਗੇ ਜਾਂ ਆਮ ਆਦਮੀ ਪਾਰਟੀ ਜੁਆਇਨ ਕਰਨਗੇ, ਉਹਨਾਂ ਨੇ ਵਿਰਾਮ ਲਾਇਆ। ਪਾਰਟੀ ਬਾਰੇ ਉਹਨਾਂ ਨੇ ਹਾਲੇ ਕੋਈ ਖੁਲਾਸਾ ਨਹੀਂ ਕੀਤਾ, ਪਰ ਇਹ ਗੱਲ ਉਹਨਾਂ ਨੇ ਦੱਸੀ ਕਿ ਮੇਰੀ ਜਿਹੜੀ ਭੈਣ ਆ ਉਹ ਮੋਗੇ ਤੋਂ ਇਲੈਕਸ਼ਨ ਲੜ ਸਕਦੀ ਹੈ। ਤੇ ਜੇਕਰ ਉਹ ਲੜਨਗੇ ਤਾਂ ਜ਼ਾਹਿਰਾ ਤੌਰ ਤੇ ਕਿਸੇ ਵੱਡੀ ਪਾਰਟੀ ਤੋਂ ਲੜਨਗੇ, ਆਜ਼ਾਦ ਤਾਂ ਨਹੀਂ ਹੋ ਸਕਦਾ ਉਹਨਾਂ ਦਾ ਇੰਨਾ ਵੱਡਾ ਸਫ਼ਰ ਸ਼ੁਰੂਆਤ ਕਰਨੀ। ਪਰ ਗੱਲ ਇਹਦਾ ਇੱਕ ਸਵਾਲ, ਜੇ ਅਸੀਂ ਇਸ ਪਾਸਿਓਂ ਛੱਡ ਕੇ ਇਹਦਾ ਇੱਕ ਹੋਰ ਪਹਿਲੂ ਦੇਖਣ ਦੀ ਕੋਸ਼ਿਸ਼ ਕਰੀਏ ਹਰਪ੍ਰੀਤ ਜੀ, ਕਿ ਇਹ ਰਾਜਨੀਤੀ ਦੇ ਲੋਕ ਇਹਦੇ 'ਚ ਕਿਸੇ ਪਾਰਟੀ ਨੂੰ ਜਾਂ ਕਿਸੇ ਸਰਕਾਰ ਨੂੰ ਜਾਂ ਕਿਸੇ ਪ੍ਰਦੇਸ਼ ਨੂੰ ਛੱਡ ਦਈਏ, ਸਾਰੇ ਹੀ ਭਾਰਤ ਦੀ ਰਾਜਨੀਤੀ ਦੇ ਲੋਕ ਕਿਉਂ ਇੰਨੇ ਕੰਮ ਨਹੀਂ ਕਰ ਪਾਉਂਦੇ ਕਿ ਉਹਨਾਂ ਦੀ ਛਵੀ ਇੱਕ ਚੰਗੇ ਰਾਜਨੀਤੀਵਾਨ ਵਾਲੀ ਬਣੀ ਰਵੇ? ਕਿਉਂ ਇਹਨਾਂ ਨੂੰ ਆਪਣੇ ਪ੍ਰੋਗਰਾਮਾਂ ਦੇ ਵਿੱਚ ਫਿਰ ਡਾਂਸ ਦੇ ਪ੍ਰੋਗਰਾਮ ਜਾਂ ਡੀਜੇ ਦੇ ਪ੍ਰੋਗਰਾਮ ਕਰਵਾਉਣੇ ਪੈਂਦੇ ਜੀ? ਕਿਉਂ ਇਹਨਾਂ ਨੂੰ ਆਪਣੀ ਪਾਰਟੀ ਦੇ ਪ੍ਰਚਾਰ ਪ੍ਰਸਾਰ ਲਈ ਬਾਲੀਵੁੱਡ ਤੋਂ ਲੋਕਾਂ ਨੂੰ ਬੁਲਾਉਣਾ ਪੈਂਦਾ? ਕਿਉਂ ਇਹ ਕਦੀ ਕਿਸੇ ਵਿਦੇਸ਼ੀ ਮੂਲ ਦੇ ਬੈਠੇ ਬੰਦੇ ਨੂੰ ਲੱਭਦੇ ਨੇ ਕਿ ਉਹ ਆ ਕੇ ਪੰਜਾਬ ਦਾ ਚਿਹਰਾ ਬਣ ਜਾਏ ਕਿਉਂਕਿ ਉਹਨੇ ਸਮਾਜ ਸੇਵਾ ਬਹੁਤ ਕੀਤੀ ਆ ਤੇ ਉਹਦਾ ਭਲ ਚੰਗਾ ਬਣਿਆ ਹੋਇਆ? ਕਿਉਂ ਇਹ ਕਦੀ ਅਰਜਨ ਅਵਾਰਡੀ ਨੂੰ ਲੈ ਕੇ ਆਉਂਦੇ ਨੇ ਤੇ ਕਦੀ ਕਿਸੇ ਹਾਕੀ ਦੇ ਵੱਡੇ ਪਲੇਅਰ ਨੂੰ ਲੈ ਕੇ ਆਉਂਦੇ ਨੇ ਕਿ ਤੁਸੀਂ ਸਾਡੀ ਪਾਰਟੀ 'ਚ ਆਓ? ਕਿਉਂ ਬੀਜੇਪੀ ਨੂੰ ਕਦੀ ਵਿਨੋਦ ਖੰਨਾ, ਕਦੀ ਹੇਮਾ ਮਾਲਿਨੀ, ਕਦੀ ਧਰਮਿੰਦਰ ਤੇ ਕਦੀ ਸੰਨੀ ਦਿਓਲ ਯਾਦ ਆਉਂਦੇ ਨੇ? ਇਹਦਾ ਮਤਲਬ, ਇਹਦਾ ਅਰਥ ਤੇ ਫਿਰ ਇਹੀ ਬਣਦਾ ਕਿ ਇਹ ਲੋਕ ਰਾਜਨੀਤੀ ਕਰਦੇ ਨੇ ਦੂਜਿਆਂ ਦੇ ਸਿਰ ਤੇ ਹੋ ਕੇ। ਬਿਲਕੁਲ। ਜਿਸ ਕੰਮ ਲਈ ਇਹ ਚੁਣੇ ਜਾਂਦੇ ਨੇ, ਜਿਸ ਕੰਮ ਲਈ ਇਹਨਾਂ ਦੀ ਚੋਣ ਹੁੰਦੀ ਆ, ਉਹਦੇ ਵਿੱਚ ਇਹ ਬੇਈਮਾਨੀ ਨਾਲ ਪੇਸ਼ ਆਉਂਦੇ ਨੇ ਜੀ। ਇਹ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉੱਤੇ ਖਰੇ ਨਹੀਂ ਉਤਰਦੇ ਤੇ ਫਿਰ ਇਹ ਪ੍ਰਭਾਵਸ਼ਾਲੀ ਲੋਕਾਂ ਨੂੰ ਜਾਂ ਸੈਲੀਬ੍ਰਿਟੀਜ਼ ਨੂੰ ਰਾਜਨੀਤੀ ਦੇ ਵਿੱਚ ਲੈ ਕੇ ਆਉਂਦੇ ਨੇ ਜੀ। ਇਹ ਕਿਸੇ ਇੱਕ ਪਾਰਟੀ ਦੇ ਹਾਲਾਤ ਨਹੀਂ ਹੈਗੇ। ਵੱਡੇ ਵੱਡੇ ਪੱਤਰਕਾਰ, ਵੱਡੇ ਵੱਡੇ ਡਾਕਟਰ, ਵੱਡੇ ਵੱਡੇ ਵਕੀਲ, ਵੱਡੇ ਵੱਡੇ ਖਿਡਾਰੀ, ਵੱਡੇ ਵੱਡੇ ਨੇਤਾ ਤੇ ਅਭਿਨੇਤਾ, ਇਹ ਵੱਖ-ਵੱਖ ਪਾਰਟੀਆਂ ਦੀ ਲਿਸਟ ਤੇ ਰਹਿੰਦੇ ਨੇ। ਕਦੇ ਉਹ ਸੋਨੀਆ ਮਾਨ ਹੋਵੇ, ਕਦੇ ਉਹ ਸੋਨੀਆ ਗਗਨ ਮਾਨ ਹੋਵੇ, ਕਦੇ ਉਹ ਕੋਈ ਕਮੇਡੀਅਨ ਹੋਵੇ। ਉਹਨਾਂ ਨੂੰ ਅਕਸਰ ਜਿਹੜੀਆਂ ਆ ਆਵਾਜ਼ਾਂ ਮਾਰੀਆਂ ਜਾਂਦੀਆਂ ਪਾਰਟੀਆਂ ਵੱਲੋਂ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਬੱਸ ਅੱਡੇ ਤੇ ਇੱਕ ਡਰਾਈਵਰ ਜਾਂ ਕੰਡਕਟਰ ਦਾ ਵੀ ਗਾਹਾਂ ਕਰਿੰਦਾ ਇੱਕ ਬੱਸ ਨੂੰ, ਖਾਲੀ ਬੱਸ ਨੂੰ ਭਰਨ ਲਈ ਆਵਾਜ਼ਾਂ ਮਾਰਦਾ ਹੁੰਦਾ। ਕਿ ਇਹਨਾਂ ਦੀ ਰਾਜਨੀਤੀ, ਇਹਨਾਂ ਦੀਆਂ ਪਲੈਨਿੰਗਸ, ਇਹਨਾਂ ਦੇ ਅਧਿਕਾਰ, ਇਹਨਾਂ ਦੀ ਕੰਮ ਕਰਨ ਦਾ ਜਜ਼ਬਾ ਤੇ ਇਹਨਾਂ ਦੀ ਜਿਹੜੀ ਕੰਮ ਕਰਨ ਵਾਲੀ ਸ਼ਕਤੀ ਆ ਇੰਨੀ ਨਿਕੰਮੀ ਆ ਕਿ ਇਹ ਆਪਣੇ ਕੰਮ ਨਾ ਚੰਗੇ ਕਰਦੇ ਆ, ਬੇਈਮਾਨੀਆਂ ਕਰਦੇ ਆ, ਸਿਰਫ ਪੈਸੇ ਦੀ ਰਾਜਨੀਤੀ ਕਰਦੇ ਆ ਤੇ ਜਦੋਂ ਵੋਟਾਂ ਦੇ ਦਿਨ ਆਉਂਦੇ ਆ ਫਿਰ ਇਹ ਪ੍ਰਸਿੱਧ ਸ਼ਖਸੀਅਤਾਂ ਭਾਲਦੇ ਨੇ। ਮੈਂ ਇਸ ਗੱਲ ਦੇ ਖਿਲਾਫ ਨਹੀਂ ਕਿ ਕੋਈ ਵੀ ਬੰਦਾ ਹੋਰ ਕਿਤੇ ਤੋਂ ਆ ਕੇ ਰਾਜਨੀਤੀ ਨਾ ਕਰੇ ਜੀ। ਉਹਨਾਂ ਹਰ ਇੱਕ ਬੰਦੇ ਦਾ ਅਧਿਕਾਰ ਆ, ਕਿਸੇ ਵੀ ਬੰਦੇ ਨੂੰ ਹੱਕ ਆ ਉਹ ਕਿਸੇ ਵੀ ਪਾਰਟੀ 'ਚ ਜਾ ਸਕਦਾ, ਸ਼ਾਮਲ ਹੋ ਸਕਦਾ। ਪਰ ਕੀ ਕੋਈ ਅਜਿਹਾ ਬੰਦਾ ਜਿਹੜਾ ਇੱਕ ਆਮ ਸ਼ਕਲ, ਆਮ ਲੋਕਾਂ ਦੇ ਵਿੱਚ ਰਹਿੰਦਾ ਹੋਵੇ, ਕਿ ਉਹਨੂੰ ਵੀ ਕਦੇ ਪਾਰਟੀਆਂ ਕਹਿਣਗੀਆਂ ਕਿ ਸਾਡੇ ਕੋਲ ਆਓ, ਸਾਡੇ ਕੋਲ ਆਓ? ਬਿਲਕੁਲ। ਸਰਵੇ ਹੋਣੇ ਆ 100 20 50 ਫਾਈਲਾਂ ਜਾਣੀਆਂ ਇਹਨਾਂ ਕੋਲ, ਇਹਨਾਂ ਨੇ ਪੜ੍ਹਨੀਆਂ ਤੱਕ ਨਹੀਂ, ਦੇਖਣੀਆਂ ਤੱਕ ਨਹੀਂ, ਘੋਖਣੀਆਂ ਤੱਕ ਨਹੀਂ।
ਟਿਕਟਸ ਦੇਣ ਦੀ ਮੈਂ ਗੱਲ ਕਰਦਾ ਜੀ ਤੇ ਫਿਰ ਜਦੋਂ ਕੋਈ ਸੋਨੂ ਸੂਦ ਵਰਗਾ ਚੰਗਾ ਬੰਦਾ ਜਿਹਨੇ ਕੋਈ ਨਾਮਣਾ ਖੱਟਿਆ ਹੋਵੇ ਉਹਦੇ ਮਗਰ ਪਾਰਟੀਆਂ ਭੱਜਦੀਆਂ ਨੇ। ਰਾਜਨੀਤੀ ਦੇ ਵਿੱਚ ਅਗਲੀ ਪੀੜ੍ਹੀ ਦੀ ਰਾਜਨੀਤੀ, ਉਸ ਤੋਂ ਅਗਲੇ ਲੋਕਾਂ ਨੂੰ ਆਉਣ ਦੇਣਾ, ਉਹਨਾਂ ਨੂੰ ਰਾਜਨੀਤੀ ਦੇ ਵਿੱਚ ਪੁੰਗਰਨ ਦੇਣਾ, ਪਨਪਣ ਦੇਣਾ, ਤਾਕਤਵਰ ਹੋਣ ਦੇਣਾ ਵੀ ਇੱਕ ਪ੍ਰਥਾ ਹੋਣੀ ਚਾਹੀਦੀ ਹੈ ਜੀ, ਜਿਹਦੇ ਤੋਂ ਇਹ ਰਾਜਨੀਤਿਕ ਦਲ ਜਿਹੜੇ ਨੇ ਉਹ ਆਮ ਤੌਰ ਤੇ ਮੁਨਕਰ ਹੀ ਰਹਿੰਦੇ ਨੇ। ਜੀ ਸ਼ਰਮਾ ਜੀ, ਚਾਹੀਦਾ ਤਾਂ ਇਹ ਹੈ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ, ਜਿਹੜੇ ਉਹਨਾਂ ਦੇ ਨੇਤਾ ਨੇ, ਉਹ ਆਪਣੇ ਆਪ ਨੂੰ ਇੰਨਾ ਸਟਰੋਂਗ ਕਰਕੇ ਚੱਲਣ, ਉਹ ਆਪਣੇ ਕੰਮ ਉਹਨਾਂ ਦੇ ਬੋਲਣ, ਨਾ ਕਿ ਉਹ ਬੋਲਣ ਕਿ ਉਹਨਾਂ ਨੂੰ ਕੋਈ ਚਿਹਰੇ ਨਾ ਭਾਲਣੇ ਪੈਣ, ਤੇ ਲੋਕ ਵੀ ਜਦੋਂ ਉਹਨਾਂ ਨੂੰ ਵੋਟਾਂ ਦਿੰਦੇ ਨੇ ਤਾਂ ਉਹ ਉਹਨਾਂ ਤੋਂ ਹੀ ਉਮੀਦ ਕਰਦੇ ਨੇ। ਸੋ ਸ਼ਰਮਾ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ ਤੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਮੁੱਦਿਆਂ ਤੇ ਨਵੀਂ ਚਰਚਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।